ਅਸੀਂ ਅੱਜ ਬੈਠੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਵਿੱਚ, ਜਿੱਥੇ ਅੱਜ ਧਰਤੀ ਦਾ ਪੁੱਤ ਨਾਂ ਦਾ ਕੋਈ ਪ੍ਰੋਜੈਕਟ ਚੱਲ ਰਿਹਾ, ਜਿਸ ਨੂੰ ਡਾਕਟਰ ਹਰਜੋਤ ਕਮਲ ਜੋ ਕਿ ਮੌਜੂਦਾ MLA ਆ ਮੋਗਾ ਦੇ, ਉਹਨਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਤੇ ਜਿਸ ਦੇ ਨਾਲ ਜਗਦੇਵ ਮਾਨ ਜੀ ਹੈ। ਜਗਦੇਵ ਮਾਨ ਜੀ ਦਾ ਪ੍ਰੋਜੈਕਟ ਇਹ ਹੈਗਾ ਜੋ ਕਿਸਾਨੀ ਰਿਲੇਟਡ ਆ। ਕਿਸਾਨਾਂ ਦਾ ਜਿਵੇਂ ਆਪਾਂ ਕਿਸਾਨਾਂ ਦੇ ਪੁੱਤ ਕਿਵੇਂ ਖੇਤੀਬਾੜੀ ਤੋਂ ਦੂਰ ਹੁੰਦੇ ਨੇ, ਤੇ ਹੋਰ ਵੀ ਜੋ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਆ ਉਹਨਾਂ ਬਾਰੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਹਰਜੋਤ ਕਮਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਥੈਂਕ ਯੂ। ਆਪਣਾ ਮੋਗੇ 'ਚ ਹੁਣ ਜਿਵੇਂ ਕਹਿ ਦਈਏ ਸਿਆਸੀ ਬਿਗਲ ਵੱਜ ਚੁੱਕਾ, ਭਗਵੰਤ ਮਾਨ ਵੀ ਆ ਚੁੱਕਾ, ਅਕਾਲੀ ਦਲ ਵੀ ਐਕਟਿਵ ਨਜ਼ਰ ਆ ਰਿਹਾ, ਕਾਂਗਰਸ ਹਜੇ ਕਿਤੇ ਨਾ ਕਿਤੇ ਮਤਲਬ ਤੁਹਾਡੀ ਐਕਟੀਵਿਟੀ ਦੇਖੋ, ਮੌਜੂਦਾ ਕਾਂਗਰਸ ਦਾ ਮੈਂ MLA ਹਾਂ। ਮੇਰਾ ਉੱਥੇ ਮੋਗੇ 'ਚ ਆਲਰੇਡੀ ਦਫ਼ਤਰ ਖੁੱਲ੍ਹਿਆ ਪਿਆ ਔਰ ਮੈਂ 24 ਘੰਟੇ ਲੋਕਾਂ ਲਈ ਹਾਜ਼ਰ ਹਾਂ। ਭਗਵੰਤ ਮਾਨ ਜੀ ਹੁਣੀ ਸਰਕਾਰ ਤੋਂ ਬਾਹਰ ਨੇ, ਇਸ ਕਰਕੇ ਉਹਨਾਂ ਦਾ ਇੱਥੇ ਸਰਕਾਰ ਬਣਾਉਣ ਦਾ ਮਨ ਤੇ ਮਨਸ਼ਾ ਆ, ਇਸ ਕਰਕੇ ਉਹਨਾਂ ਦੇ ਗੇੜੇ ਮਾਰਨੇ ਵਾਜਬ ਹੈ। ਪਰ ਅਸੀਂ ਜੇ ਮੋਗੇ ਜ਼ਿਲ੍ਹੇ ਦੀ ਗੱਲ ਕਰੋ, ਅਸੀਂ 4 ਹਲਕਿਆਂ 'ਚੋਂ 3 ਹਲਕੇ ਆਲਰੇਡੀ ਕਾਂਗਰਸ ਕੋਲੇ ਆਏ ਹਾਂ ਔਰ ਅਸੀਂ ਤਿੰਨੇ ਹੀ ਆਪਣੇ ਆਪਣੇ ਹਲਕੇ 'ਚ ਪੂਰੇ ਸਰਗਰਮ ਹਾਂ। ਇਸ ਕਰਕੇ ਕਰੋਨਾ ਦੀ ਮਹਾਮਾਰੀ ਕਰਕੇ ਹੋ ਸਕਦਾ ਕਿ ਸਾਡੀ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਅਸੀਂ ਕੋਈ ਵੱਡੀਆਂ ਰੈਲੀਆਂ ਨਹੀਂ ਕਰਨੀਆਂ। ਸੋ ਇਸ ਕਰਕੇ ਤੁਹਾਨੂੰ ਕਿਤੇ ਭਾਵੇਂ ਇਹ ਗੱਲ ਰੜਕਦੀ ਹੋਏਗੀ। ਸੋ ਉਹ ਦੋਨੇ ਪਾਰਟੀਆਂ ਆਪਣੀ ਜ਼ਮੀਨ ਤਲਾਸ਼ ਕਰ ਰਹੀਆਂ, ਇਸ ਕਰਕੇ ਉਹ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਵੀ ਉਹਨਾਂ ਨੇ ਸਰਗਰਮੀ ਕੀਤੀ ਵੀ ਔਰ ਬਹੁਤ ਸਾਰੇ ਲੋਕਾਂ ਨੂੰ ਸੰਕਰਮਣ ਕੀਤਾ ਹੈਗਾ, ਜਿਹਦੇ ਨਾਲ ਕਈ ਲੋਕਾਂ ਨੂੰ ਕਰੋਨਾ ਵੀ ਹੋਇਆ ਜਦੋਂ ਉਹਨਾਂ ਨੇ ਰੈਲੀਆਂ ਕਰਨ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਆਲਰੇਡੀ ਸਾਡੀ ਪਾਰਟੀ ਸੱਤਾ ਦੇ ਵਿੱਚ ਆ ਔਰ ਮੈਂ ਸਮਝਦਾ ਕਿ 83 ਵਿਧਾਇਕ ਜਿਸ ਪਾਰਟੀ ਕੋਲ ਹੋਣ ਤੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ। ਅੱਜ ਵੀ ਤੇ ਪਿਛਲੀ ਵਾਰੀ ਵੀ ਅਸੀਂ ਪੂਰੇ ਜੋਸ਼ ਦੇ ਨਾਲ ਆ ਔਰ ਸਰਕਾਰ ਨੇ ਪਿਛਲੇ 4.5 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਆ, ਜੋ ਪੰਜਾਬ ਦਾ ਵਿਕਾਸ ਕੀਤਾ, ਜੇ ਮੈਂ ਆਪਣੇ ਮੋਗੇ ਹਲਕੇ ਦੀ ਗੱਲ ਕਰਾਂ ਤਾਂ ਚਾਹੇ ਸ਼ਹਿਰ ਦੀਆਂ ਮੇਨ ਸੜਕਾਂ ਗਲੀਆਂ ਦੀ ਗੱਲ ਕਰ ਲਓ, ਸ਼ਹਿਰ ਦੀ ਖੂਬਸੂਰਤੀ ਦੀ ਗੱਲ ਕਰ ਲਓ, ਹਰ ਤਰ੍ਹਾਂ ਦੀ ਡਿਵੈਲਪਮੈਂਟ ਲਈ, ਚਾਹੇ ਉਹ ਗਾਇਨੀ ਦਾ ਹੌਸਪੀਟਲ, ਚਾਹੇ ਉਹ ਆਯੂਸ਼ ਦਾ 50 ਬੈੱਡ ਦਾ 4 ਮੰਜ਼ਿਲਾਂ ਦਾ ਹੌਸਪੀਟਲ, ਬੜਾ ਕੁਛ ਅਸੀਂ ਕੀਤਾ ਔਰ ਕਰ ਰਹੇ ਹਾਂ। ਪਿੰਡਾਂ ਦੇ ਵਿੱਚ ਕੋਈ ਮੇਰੇ ਖਿਆਲ 90 ਜਾਂ 95% ਕੰਮ ਕੰਪਲੀਟ ਹੋ ਗਏ ਹੋਣਗੇ। ਜਿਹੜੀਆਂ 50 ਸਾਲ ਪੁਰਾਣੀਆਂ ਪੁਲੀਆਂ 11 ਫੁੱਟੀਆਂ ਸੀ, ਉਹ ਅਸੀਂ ਤਕਰੀਬਨ 25 ਫੁੱਟ ਕੀਤੀਆਂ। ਸੋ ਮੈਂ ਸਮਝਦਾ ਕਿ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਕਾਂਗਰਸ ਮਜ਼ਬੂਤ ਸੀ, ਕਾਂਗਰਸ ਮਜ਼ਬੂਤ ਹੈ ਔਰ ਕਾਂਗਰਸ ਮਜ਼ਬੂਤ ਰਹੇਗੀ। ਜਿਸ ਇੰਥੂਜ਼ਿਜ਼ਮ ਦੇ ਨਾਲ ਅਸੀਂ 17 ਦੀ ਚੋਣ ਲੜੀ ਸੀ ਔਰ ਵੱਡੀ ਲੀਡ ਨਾਲ ਜਿੱਤੀ ਸੀ, ਉਸੇ ਤੌਰ 'ਤੇ ਅਸੀਂ ਉਸੇ ਤਰੀਕੇ ਦੇ ਨਾਲ 22 ਦੇ ਵਿੱਚ ਵੀ ਅਸੀਂ ਚੋਣ ਲੜਾਂਗੇ ਔਰ ਇਹੀ ਅਸੀਂ ਟ੍ਰੈਂਡ ਜਿਹੜਾ ਬਰਕਰਾਰ ਰੱਖਾਂਗੇ। ਮੁੜ ਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ। ਸੁਖਪਾਲ ਖਹਿਰਾ ਜਿਵੇਂ ਕਿ ਪਿਛਲੇ ਦਿਨੀ ਪਾਰਟੀ ਛੱਡ ਗਏ ਸੀ, ਆਪ ਵੱਲੋਂ MLA ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਏਕਤਾ ਪਾਰਟੀ ਬਣਾਈ, ਉਸਨੇ ਲਗਾਤਾਰ ਕਾਂਗਰਸ ਤੇ ਨਿਸ਼ਾਨੇ ਬੰਨੇ ਤੇ ਅੱਜ ਉਹ ਫਿਰ ਕਾਂਗਰਸ 'ਚ ਥੋੜ੍ਹੇ ਦਿਨ ਪਹਿਲਾਂ ਕਾਂਗਰਸ 'ਚ ਫਿਰ ਸ਼ਾਮਲ ਹੋਏ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੁਖਪਾਲ ਖਹਿਰਾ ਨੂੰ? ਦੇਖੋ, ਕੋਈ ਬੰਦਾ ਜਦੋਂ ਕਿਸੇ ਪਰਿਵਾਰ ਦੇ ਵਿੱਚੋਂ ਜਾਂਦਾ, ਕੋਈ ਨਾ ਕੋਈ ਨਾਰਾਜ਼ਗੀਆਂ ਹੁੰਦੀਆਂ ਜਿਹਦੇ ਕਰਕੇ ਤੋੜ ਵਿਛੋੜਾ ਹੋ ਜਾਂਦਾ, ਪਰ ਇਹ ਸਿਆਸਤ ਦੇ ਵਿੱਚ ਕਦੀ ਵੀ ਇੱਦਾਂ ਦੇ ਤੋੜ ਵਿਛੋੜੇ ਪੱਕੇ ਨਹੀਂ ਹੁੰਦੇ। ਔਰ ਖਹਿਰਾ ਸਾਹਿਬ ਨੂੰ ਬੇਸ਼ੱਕ ਆਮ ਆਦਮੀ ਪਾਰਟੀ 'ਚ ਗਏ, ਉਹਦੇ ਬਾਰੇ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਸੀ ਚੰਗੇ ਨਹੀਂ ਰਹੇ। ਫਿਰ ਉਹਨਾਂ ਨੇ ਵਾਪਸ ਆਉਣ ਤੋਂ ਪਹਿਲਾਂ ਇੱਕ ਪਾਰਟੀ ਆਪਣੀ ਹੋਰ ਲਾਂਚ ਕੀਤੀ, ਪਰ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪੱਕੇ ਤੌਰ 'ਤੇ ਜਿਸ ਪਾਰਟੀ 'ਚੋਂ ਉਹ ਗਏ ਸੀ, ਕਾਂਗਰਸ ਪਾਰਟੀ, ਉਹਦੇ ਵਿੱਚ ਹੀ ਉਹਨਾਂ ਦੀ ਸਥਾਪਤੀ ਹੋ ਸਕਦੀ, ਉਹੀ ਉਹਨਾਂ ਦਾ ਆਪਣਾ ਘਰ ਹੈ। ਸੋ ਖਹਿਰਾ ਸਾਹਿਬ ਵਾਪਸ ਆਪਣੇ 2 ਹੋਰ ਸਾਥੀਆਂ ਦੇ ਨਾਲ ਕਾਂਗਰਸ ਦੇ ਵਿੱਚ ਆਏ ਆ। ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾਂਦਾ ਜੀ ਕਿ ਉਹਨਾਂ ਨੇ ਉਹ ਸਟੈਂਡ ਜੋ ਕੁਝ ਗੱਲਾਂ ਬੋਲੀਆਂ ਕਾਂਗਰਸ ਦੇ ਖਿਲਾਫ ਜਾਂ ਅਕਾਲੀਆਂ ਦੇ ਖਿਲਾਫ, ਉਸ ਤੋਂ ਬਾਅਦ ਉਸ ਦਾ ਵਾਪਸ ਕਾਂਗਰਸ 'ਚ ਆਉਣਾ ਕਿਤੇ ਨਾ ਕਿਤੇ ਲੋਕਾਂ ਨੂੰ ਮਤਲਬ ਇਹ ਹਜਮ ਨਹੀਂ ਹੋ ਰਿਹਾ। ਘਰ 'ਚ ਜਦੋਂ ਕੋਈ ਵਾਪਸ ਆ ਜਾਏ ਤੇ ਉਹਨੂੰ ਜੀ ਆਇਆਂ ਕਿਹਾ ਜਾਂਦਾ ਔਰ ਉਹਨੂੰ ਭਜਾਇਆ ਨਹੀਂ ਜਾਂਦਾ। ਔਰ ਦੂਜੀ ਗੱਲ ਹੈ, ਜਦੋਂ ਕੋਈ ਬੰਦਾ ਘਰੋਂ ਨਾਰਾਜ਼ ਹੋ ਕੇ ਜਾਂਦਾ ਤਾਂ ਉਹ ਵੀ ਕੁਛ ਚਿੱਕੜ ਸਿੱਟਦਾ ਹੁੰਦਾ। ਨਰਿੰਦਰ ਸਿੰਘ ਕਪੂਰ ਇੱਕ ਜਗ੍ਹਾ ਲਿਖਦੇ ਕਿ ਜਦੋਂ ਕੋਈ ਰੁੱਸਿਆ ਹੋਵੇ ਤਾਂ ਉਹ ਕਦੇ ਆਪਣਾ ਕਸੂਰ ਨਹੀਂ ਕੱਢਦਾ ਹੁੰਦਾ, ਉਹ ਦੂਜੇ ਦਾ ਕਸੂਰ ਕੱਢਦਾ ਹੁੰਦਾ। ਔਰ ਉਸ ਰੁੱਸਣਾ ਟੌਪਿਕ ਦੇ ਵਿੱਚ ਉਹ ਲਿਖਦਾ ਕਿ ਹਰ ਬੰਦਾ ਰੁੱਸਿਆ ਹੋਇਆ ਚਾਹੁੰਦਾ ਹੁੰਦਾ ਕਿ ਮੇਰੀ ਦੁਆਰਾ ਸੁਲ੍ਹਾ ਹੋ ਜਾਏ, ਪਰ ਉਹ ਚਾਹੁੰਦਾ ਹੁੰਦਾ ਕਿ ਮੈਨੂੰ ਕੋਈ ਮਨਾਵੇ, ਮੈਂ ਨਾ ਉਹਦੇ ਕੋਲੇ ਜਾਵਾਂ। ਸੋ ਖਹਿਰਾ ਸਾਹਿਬ ਨੂੰ ਇਸ ਪਾਰਟੀ ਦੇ ਵਿੱਚ ਜੀ ਆਇਆਂ ਨੂੰ, ਉਹ ਅੱਜ ਰੁੱਸਿਆਂ ਤੋਂ ਮੰਨ ਕੇ ਆਏ ਨੇ ਔਰ ਇਸੇ ਨਰਿੰਦਰ ਸਿੰਘ ਕਪੂਰ ਦੀ ਜਿਹੜੀ ਇਹ ਰੁੱਸਣਾ ਟੌਪਿਕ ਸੀ, ਅਖੀਰ 'ਚ ਉਹਨੇ ਲਿਖਿਆ
ਕਿ ਜੇ ਤੁਹਾਡੇ ਨਾਲ ਵੀ ਕੋਈ ਰੁੱਸਿਆ ਹੋਇਆ ਤੇ ਰੱਬ ਦੇ ਵਾਸਤੇ ਉਹਨੂੰ ਹੁਣੇ ਜਾ ਕੇ ਮਨਾ ਲਓ। ਉਹ ਤੁਹਾਡੇ ਵੱਲੋਂ ਮਨਾਏ ਜਾਣ ਲਈ ਹਾੜੇ ਕੱਢ ਰਿਹਾ। ਸੋ ਖਹਿਰਾ ਸਾਹਿਬ ਰੁੱਸੇ ਹੋਏ ਸੀਗੇ ਔਰ ਉਹਨਾਂ ਦੀਆਂ ਜਿਹੜੀਆਂ ਪੰਜਾਬੀ 'ਚ ਕਹਿੰਦੇ ਹੁੰਦੇ ਭੱਜੀਆਂ ਕਿ ਬਾਹਾਂ ਮੁੜ ਕੇ ਗੱਲ ਨੂੰ ਆਉਂਦੀਆਂ। ਸੋ ਆਪਣੇ ਪਰਿਵਾਰ ਦੇ ਵਿੱਚ ਆਏ, ਅਸੀਂ ਸਵਾਗਤ ਕਰਦੇ। ਉਹਨਾਂ ਦੇ ਨਾਲ ਉਹਨਾਂ ਦੇ 2 ਸਾਥੀ ਵਾਪਸ ਆਏ ਆ। ਉਸ ਤੋਂ ਬਿਨਾਂ ਮਾਨਸ਼ਾਹੀਆ ਸਾਹਿਬ ਤੇ ਹੋਰ ਜਿਹੜੇ ਸਾਥੀ ਹੈਗੇ ਕਾਂਗਰਸ ਜੁਆਇਨ ਕੀਤੀ ਪਿਛਲੇ ਦਿਨੀ। ਸੋ ਮੈਨੂੰ ਲੱਗਦਾ ਕਿ ਉਹ ਖਹਿਰਾ ਸਾਹਿਬ ਦੇ, ਮਾਨਸ਼ਾਹੀਆ ਸਾਹਿਬ ਦੇ, ਕਮਾਲੂ ਹੋਣਾ ਦੇ, ਇਹਨਾਂ ਸਾਰਿਆਂ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਹੋਰ ਕਮਜ਼ੋਰ ਹੋਈ ਹੈ ਔਰ ਕਾਂਗਰਸ ਨੂੰ ਬਲ ਮਿਲਿਆ। ਮੈਂ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਅਜੇ ਵੀ ਕਾਂਗਰਸ ਦੇ ਮੂੰਹ ਵੱਲ ਦੇਖਦੇ ਪਏ ਆ, ਕਿਸੇ ਗੱਲ ਕਰਕੇ ਨਾਰਾਜ਼ਗੀ, ਰੋਸੇ ਆ, ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਤੁਹਾਡੀ ਆਪਣੀ ਮਾਂ ਪਾਰਟੀ ਵਾਪਸ ਆ ਜਾਓ ਔਰ ਤੁਹਾਡਾ ਇੱਥੇ ਜੀ ਆਇਆਂ ਨੂੰ। ਪੰਜਾਬ ਦਾ ਕੈਪਟਨ ਇੱਕ ਅਜਿਹੇ ਮੋਗੇ 'ਚ ਕਾਫੀ ਬੋਰਡ ਦੇਖਣ ਨੂੰ ਮਿਲਦੇ ਆ। ਪੰਜਾਬ ਦਾ ਕੈਪਟਨ ਇੱਕ ਅਜਿਹਾ ਕਿਉਂ ਕਹਿਣਾ ਪੈ ਰਿਹਾ? ਦੇਖੋ, ਜਦੋਂ ਵੀ ਕਿਤੇ ਘਰਾਂ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਏ, ਕੋਈ ਰੋਸ ਰਸਾਵ ਹੋ ਜਾਏ, ਤਾਂ ਫਿਰ ਸਾਰਿਆਂ ਨੂੰ ਕਹਿਣਾ ਹੀ ਪੈਂਦਾ ਹੁੰਦਾ ਵੀ ਨਹੀਂ ਬਾਪੂ ਆ, ਇਹਦੇ ਆਖੇ ਲੱਗੋ, ਜੋ ਇਹ ਕਹਿੰਦਾ ਉਵੇਂ ਕਰੋ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰ ਅਸੀਂ ਸਾਰੇ ਅੱਜ ਉਹਨਾਂ ਦੇ ਨੇਤਰਤਵ ਦੇ ਥੱਲੇ ਕੰਮ ਕਰ ਰਹੇ ਹਾਂ ਔਰ ਉਹਨਾਂ ਦੀ ਰਹਿਨਮਾਈ ਥੱਲੇ ਅਸੀਂ 2017 ਦੀਆਂ ਚੋਣਾਂ ਲੜੀਆਂ ਸੀ ਔਰ ਜਿਸ ਦੀ ਰਹਿਨਮਾਈ ਥੱਲੇ ਚੋਣ ਲੜੀ ਹੋਵੇ, ਜਿੱਤੇ ਹੋਈਏ, MLA ਬਣੇ ਹੋਈਏ ਔਰ ਉਹਨੂੰ ਮੇਰਾ ਖਿਆਲ, ਮੈਂ ਤਾਂ ਨਹੀਂ ਸਮਝਦਾ ਕਿ ਉਹਨੂੰ ਨਿੰਦਣਾ ਚਾਹੀਦਾ। ਔਰ ਅੱਜ ਦੀ ਘੜੀ ਦੇ ਵਿੱਚ ਮੇਰੇ ਕੈਪਟਨ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਔਰ ਮੇਰੇ ਨਹੀਂ, ਸਾਰੇ ਪੰਜਾਬ ਦੇ ਜਿਹੜੇ CM ਨੇ, ਕੈਪਟਨ ਹੈਗੇ ਨੇ, ਉਹ ਟੀਮ ਦਾ ਇੱਕੋ ਹੀ ਕੈਪਟਨ ਹੁੰਦਾ। ਸੋ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਉਹ ਪੰਜਾਬ ਦੇ ਵੀ ਔਰ ਕਾਂਗਰਸ ਪਾਰਟੀ ਦੇ ਵੀ ਸਾਡੇ ਉਹ ਕੈਪਟਨ ਨੇ। ਹਾਈ ਕਮਾਂਡ ਮੈਨੂੰ ਲੱਗਦਾ ਬਹੁਤ ਜਲਦੀ ਜਿਸ ਵੱਲ ਤੁਸੀਂ ਇਸ਼ਾਰਾ ਕੀਤਾ ਉਹਦਾ ਕੋਈ ਨਾ ਕੋਈ ਸਥਾਈ ਹੱਲ ਕੱਢ ਦੂਗੀ ਔਰ ਅਸੀਂ 2022 'ਚ ਫਿਰ ਇਸੇ ਤਰੀਕੇ ਨਾਲ ਚੋਣ ਲੜਾਂਗੇ ਔਰ ਵੱਡੀ ਲੀਡ ਨਾਲ ਜਿੱਤਾਂਗੇ। ਸਥਾਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੀ। ਕੱਲ ਜਾਂ ਪਰਸੋਂ ਦੀ ਗੱਲ ਆ, ਅੰਕਿਤ ਬਾਂਸਲ ਜਿਹੜੇ ਕੈਪਟਨ ਸਾਹਿਬ ਦੇ OSD ਆ, ਉਹਨਾਂ ਵੱਲੋਂ ਟਵੀਟ ਕੀਤਾ ਜਾਂਦਾ ਜੋ ਵੀ ਕਾਂਗਰਸ ਪੰਜਾਬ ਜੋ ਵੀ ਹੈਗੀ ਆ ਉਹ ਕੈਪਟਨ ਦੇ ਬਦਲੇ ਆ। ਸਿੱਧਾ ਮੈਸੇਜ OSD ਦਾ ਇਸ ਤਰ੍ਹਾਂ ਟਵੀਟ ਕਰਨਾ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਹਾਈ ਕਮਾਂਡ ਨੂੰ ਮਿਲਣ ਤੋਂ ਬਾਅਦ OSD ਦਾ ਟਵੀਟ ਕਰਨਾ ਕਿਸ ਤਰ੍ਹਾਂ? ਦੇਖੋ, ਜਿਹੜੇ OSD ਸਾਹਿਬ ਹੁੰਦੇ ਨੇ ਇਹ ਉਹਨਾਂ ਦੇ ਪਰਸਨਲ ਹੁੰਦੇ ਨੇ ਔਰ ਮੈਂ ਸਮਝਦਾ ਕਿ ਜਿੱਥੇ ਮੇਰੇ ਵਰਗਾ ਬੰਦਾ ਇਹ ਕਹੀ ਜਾਂਦਾ ਕਿ ਅੱਜ ਸਾਡੇ ਮੁੱਖ ਮੰਤਰੀ, ਸਾਡੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਸਾਡੇ ਲੀਡਰ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਔਰ ਜਿਹੜਾ ਉਹਨਾਂ ਦਾ OSD ਆ ਉਹਦਾ ਤਾਂ ਨੈਚੁਰਲੀ ਸਾਰਾ ਕੁਝ ਹੀ ਕੈਪਟਨ ਅਮਰਿੰਦਰ ਸਿੰਘ ਨੇ। ਸੋ ਜੇ ਅੰਕਿਤ ਬਾਂਸਲ ਜੀ ਨੇ ਕਿਤੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਤਾਂ ਇਹਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਮਾੜੀ ਗੱਲ। ਉਹ ਕੈਪਟਨ ਅਮਰਿੰਦਰ ਸਿੰਘ ਜੀ ਹੁਣਾਂ ਦਾ OSD ਹੈ, ਉਹਨਾਂ ਦੇ ਵਿੱਚ ਵਿਸ਼ਵਾਸ ਰੱਖਣਾ, ਬਹਾਲ ਕਰਨਾ ਔਰ ਲੋਕਾਂ ਨੂੰ ਮੈਸੇਜ ਦੇਣਾ, ਇਹ ਉਹਨਾਂ ਦਾ ਫਰਜ਼ ਵੀ ਬਣਦਾ ਸੀ। ਉਹਨਾਂ ਨੇ ਦਿੱਤਾ ਮੈਸੇਜ। ਹਾਈ ਕਮਾਂਡ ਨੂੰ ਤੁਸੀਂ ਮਿਲਿਓ? ਲਗਾਤਾਰ MLA ਨੂੰ ਬੁਲਾ ਰਹੀ ਹੈ ਹਾਈ ਕਮਾਂਡ, ਤੁਸੀਂ ਹਾਈ ਕਮਾਂਡ ਨਾਲ ਮਿਲਿਓ? ਹਾਂ, ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ, ਉਹਦੇ ਵਿੱਚ ਸਾਰੇ MLAs ਨੂੰ ਬੁਲਾਇਆ ਗਿਆ ਸੀਗਾ। ਮੈਂ ਵੀ ਉਹਦੇ ਵਿੱਚ ਸੀਗਾ, ਮੈਂ ਵੀ ਮਿਲ ਕੇ ਆਇਆ। ਇਹ ਪਾਰਟੀ ਦਾ ਮੁੱਦਾ ਹੱਲ ਹੁੰਦਾ ਤੁਹਾਨੂੰ? ਪਾਰਟੀ ਦਾ ਅੰਦਰੂਨੀ ਮਸਲਾ ਆ ਔਰ ਮੇਰੇ ਬਹੁਤ ਹੀ ਸੀਨੀਅਰ ਤੇ ਸਿਆਣੇ ਸਾਡੇ 3 ਜਿਹੜੇ ਮੈਂਬਰ ਸੀਗੇ, ਉਹਨਾਂ ਦੀ ਕਮੇਟੀ ਸੀਗੀ। ਉਹਨਾਂ ਨੇ ਜੋ ਵੀ ਅੰਦਰ ਗੱਲ ਕੀਤੀ ਆ, ਅਸੀਂ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਹੈਗੀਆਂ ਔਰ ਤੁਸੀਂ ਜਿਹੜੀ ਮਸਲੇ ਦੇ ਹੱਲ ਦੀ ਗੱਲ ਕਰਦੇ ਹੋ, ਬਹੁਤ ਵੱਡੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਂਦੇ ਆ ਔਰ ਇੱਥੇ ਮੈਂ ਸਮਝਦਾ ਕਿ ਇਹ ਤਾਂ ਕੋਈ ਇੱਦਾਂ ਦਾ ਮਸਲਾ ਨਹੀਂ, ਇਹ ਪਾਰਟੀ ਦਾ ਇੱਕ ਅੰਦਰੂਨੀ ਮਸਲਾ ਆ ਜਿਹਨੂੰ ਸਾਡੀ ਹਾਈ ਕਮਾਂਡ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਆ ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਦੇ ਵਿੱਚ ਜਿਹਨੇ ਰਹਿਣਾ ਹੋਵੇ ਉਹ ਹਾਈ ਕਮਾਂਡ ਦੇ ਹੁਕਮ ਤੋਂ ਬਾਹਰ ਹੋਊਗਾ। ਸੋ ਅਸੀਂ ਸਾਰੇ ਜਿੰਨੀ ਦੇਰ ਤੱਕ ਇਸ ਕਾਂਗਰਸ ਪਾਰਟੀ ਨਾਲ ਬੱਝੇ ਹੋਏ ਹਾਂ, ਸੋ ਅਸੀਂ ਸਾਰੇ ਉਹਨਾਂ ਨੂੰ ਅਵੇਕ ਕਰਾਂਗੇ ਔਰ ਜੋ ਵੀ ਹਾਈ ਕਮਾਂਡ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ ਔਰ ਤਾਂ ਹੀ ਜਾ ਕੇ ਜਿਹੜੀ ਪਾਰਟੀ ਆ ਉਹ ਇਕਮੁੱਠ ਔਰ ਇਕਜੁੱਟ ਹੋ ਸਕਦੀ ਹੈ। ਚੋਣ ਮੈਨੀਫੈਸਟੋ 'ਚ ਆਪਣਾ ਵਾਅਦਾ ਕੀਤਾ ਗਿਆ ਸੀ, ਉਸ 'ਚ ਇੱਕ ਵਾਅਦਾ ਸੀਗਾ ਘਰ ਨੌਕਰੀ। ਘਰ ਨੌਕਰੀ ਦੀ ਜਗ੍ਹਾ MLA ਦੇ ਘਰ ਨੌਕਰੀ ਮਿਲ ਗਈ, ਜਿਵੇਂ ਫਤਿਹਜੰਗ ਸਿੰਘ ਬਾਜਵਾ ਤੇ ਪਾਂਡੇ ਜੀ। ਤੇ ਜਿਵੇਂ ਹੁਣ ਟੀਚਰ ਰੁਜ਼ਗਾਰ ਮੰਗ ਰਹੇ ਆ, ਟੀਚਰ ਆਪਣਾ ਲਗਾਤਾਰ ਪਟਿਆਲੇ ਪ੍ਰਦਰਸ਼ਨ ਕਰ ਰਹੇ ਆ, ਲਗਾਤਾਰ ਚੰਡੀਗੜ੍ਹ ਪ੍ਰਦਰਸ਼ਨ ਕਰ ਰਹੇ ਆ, ਉਹਨਾਂ ਨੂੰ ਡਾਂਗਾਂ ਮਿਲ ਰਹੀਆਂ ਤੇ MLA ਦੇ ਜਿਹੜੇ ਹੈਗੇ ਆ MLA ਨੂੰ ਮੁੰਡਿਆਂ ਨੂੰ ਨੌਕਰੀ ਤਰਸ ਦੇ ਆਧਾਰ ਤੇ, ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲੀ ਗੱਲ ਤਾਂ ਮੈਂ ਇਸ ਗੱਲ ਨੂੰ ਕੰਡੈਮ ਕੀਤਾ ਸੀ, ਤੁਹਾਨੂੰ ਪਤਾ ਹੋਵੇ ਜੀ। ਦੂਜੀ ਗੱਲ ਇਹ ਹੈਗੀ ਹੈ ਕਿ ਫਤਿਹਜੰਗ ਬਾਜਵਾ ਜੀ ਨੇ ਉਹ ਨੌਕਰੀ ਐਕਸੈਪਟ ਨਹੀਂ ਕੀਤੀ, ਉਹਨਾਂ ਦੇ ਬੇਟੇ ਨੇ।
ਤੀਜੀ ਗੱਲ ਇਹ ਹੈਗੀ ਆ ਕਿ ਤੁਸੀਂ ਦੱਸ ਸਕਦੇ ਹੋ ਕਿ ਪਿਛਲੇ ਦਿਨਾਂ 'ਚ ਪੰਜਾਬ 'ਚ ਕਿੰਨੇ ਟੀਚਰ ਭਰਤੀ ਹੋਏ ਨੇ, ਪਿਛਲੇ ਸਮੇਂ ਦੇ ਵਿੱਚ ਕਿੰਨੇ ਹਜ਼ਾਰ ਟੀਚਰ ਜਿਹੜਾ ਉਹ ਭਰਤੀ ਹੋਇਆ। ਤੇ ਯਾਰ ਜੇ 2 ਐਮਐਲਏ ਦੇ ਮੁੰਡਿਆਂ ਨੂੰ ਨੌਕਰੀ ਮਿਲ ਗਈ, ਕੀ ਗੱਲ ਐਮਐਲਏ ਦਾ ਕੋਟਾ ਨਹੀਂ ਕੋਈ ਹੋ ਸਕਦਾ? ਨਹੀਂ, ਤਰਸ ਦੇ ਆਧਾਰ ਤੇ ਗੱਲ ਤਾਂ ਤਰਸ ਜਿਹੜਾ ਵਰਡ ਹੈ ਜੀ, ਉਹ ਤਰਸ ਦੇਖੋ ਗੱਲ ਇਹ ਆ, ਤਰਸ ਦੇ ਆਧਾਰ ਤੇ ਕਿ ਉੱਥੇ ਅਪਾਹਜ ਜਾਂਦੇ ਜਿਹੜੇ ਹਾਲਾਂਕਿ ਲਾਠੀ ਚਾਰਜ ਹੋਇਆ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਨਾਲ, ਤੇ ਉਹ ਚਲੋ ਉਹਨਾਂ ਨੇ ਮਾਫੀ ਮੰਗ ਲਈ ਜੋ ਵੀ ਲਾਠੀ ਚਾਰਜ ਹੋਇਆ, ਪਰ ਖਿਡਾਰੀ ਸੀਗੇ ਉਹਨਾਂ ਦੇ ਅਪਾਹਜ ਖਿਡਾਰੀਆਂ ਤੇ ਲਾਠੀ ਚਾਰਜ ਹੁੰਦਾ। ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਤਰਸ ਅਪਾਹਜ ਬੰਦੇ ਤੇ ਖਾਣਾ ਚਾਹੀਦਾ। ਤੁਸੀਂ ਇੱਕ ਮਸਲੇ ਨੂੰ ਦੂਜੇ ਮਸਲੇ ਨਾਲ ਜੋੜ ਰਹੇ ਹੋ। ਕਿਸੇ ਵੀ ਅਪਾਹਜ ਬੰਦੇ ਤੇ ਤਾਂ ਕਿਸੇ ਵੀ ਅਪਾਹਜ ਬੰਦੇ ਤੇ ਤਰਸ ਖਾਣਾ ਤਾਂ ਹਰੇਕ ਨੂੰ ਹੀ ਆਉਂਦਾ ਔਰ ਹਰੇਕ ਨੂੰ ਆ ਜਾਂਦਾ ਤਰਸ। ਉਹਦੇ ਤੋਂ ਇਲਾਵਾ ਲਾਠੀ ਚਾਰਜ ਮੈਂ ਉਹਦੀ ਕਰੜੀ ਨਿੰਦਾ ਕਰਦਾ। ਹਰੇਕ ਬੰਦੇ ਨੂੰ ਆਪਣੀਆਂ ਮੰਗਾਂ ਰੱਖਣ ਦਾ ਹੱਕ ਹੈ। ਹਮਲਾ ਫੈਲਾਇਆ ਕਿਸੇ ਪੀਐਨ ਤੋਂ ਲੈ ਕੇ ਡੀਓ ਤੱਕ, ਔਰ ਮੈਂ ਖਾਸ ਤੌਰ ਤੇ ਆਪਣੇ ਟੀਚਰਾਂ ਦਾ ਧੰਨਵਾਦ ਕਰਦਾ। ਮੈਨੂੰ ਉਹੀ ਟੀਚਰ ਜਿਨ੍ਹਾਂ ਨੂੰ ਲੋਕ ਬੜਾ ਕੁਛ ਨਿੰਦਦੇ ਨਖਿੱਧ ਕਹਿੰਦੇ ਸੀਗੇ, ਅੱਜ ਉਹਨਾਂ ਨੇ ਇਹ ਸਾਬਤ ਕਰਕੇ ਦਿਖਾ ਦਿੱਤਾ ਕਿ ਜੇ ਉਹਨਾਂ ਨੂੰ ਥਾਪੀ ਦਿੱਤੀ ਜਾਵੇ ਤਾਂ ਉਹ ਆਪਣੇ ਜਿਹੜੇ ਸਕੂਲ ਹੈਗੇ ਆ ਪੰਜਾਬ 'ਚੋਂ ਨਹੀਂ, ਇਕੱਲਾ ਹਿੰਦੁਸਤਾਨ ਦੇ ਵਿੱਚੋਂ ਪਹਿਲੇ ਨੰਬਰ 'ਤੇ ਲਿਆ ਸਕਦੇ ਆ। ਅੱਜ ਪੰਜਾਬ ਦੇ ਸਕੂਲਾਂ ਦੀ, ਸਰਕਾਰੀ ਸਕੂਲਾਂ ਦੀ ਜੋ ਦਿਸ਼ਾ ਤੇ ਦਸ਼ਾ ਆ, ਇੰਨੇ ਸੋਹਣੇ ਬਣ ਗਏ, ਸਮਾਰਟ ਸਕੂਲ ਬਣ ਗਏ। ਸੋ ਇਹ ਪ੍ਰਾਈਵੇਟ ਸਕੂਲਾਂ ਨੂੰ ਸਮਾਰਟ ਸਕੂਲ ਦੀ ਤੁਸੀਂ ਗੱਲ ਕੀਤੀ ਹੈ, ਸਮਾਰਟ ਸਕੂਲ ਕਿੱਥੇ ਬਣੇ ਆ, ਕਿੱਥੇ ਮਤਲਬ ਬਣੇ ਆ, ਇਹ ਲੋਕਾਂ ਨੂੰ ਨਜ਼ਰ ਨਹੀਂ ਆ। ਲੋਕਾਂ ਦਾ ਸਵਾਲ ਹੈ ਸਮਾਰਟ ਸਕੂਲ ਕਿੱਥੇ ਬਣੇ ਆ। ਇੱਕ ਜਿਹੜੇ ਬੇਰੁਜ਼ਗਾਰ ਜਿਵੇਂ ਕੱਚੇ ਜਿਹੜੇ ਟੀਚਰ ਹੈਗੇ ਆ, ਉਹ ਪ੍ਰਦਰਸ਼ਨ ਕਰ ਰਹੇ ਆ, ਉਹਨਾਂ ਨੂੰ ਪੱਕਾ ਕਰਨ ਲਈ ਕੁਝ ਸਰਕਾਰ ਸੋਚ ਰਹੀ ਆ? ਜਿਵੇਂ ਘਰ ਨੌਕਰੀ ਕਿਹਾ ਗਿਆ ਸੀ, ਉਹ ਮਾਮਲੇ 'ਚ ਮਤਲਬ ਉਹਨਾਂ ਨੂੰ ਕੋਈ ਤੁਸੀਂ ਉਹਨਾਂ ਦੀ ਗੱਲ ਕੋਈ ਅੱਗੇ ਹਾਈਕਮਾਨ ਤੱਕ, ਜਿਵੇਂ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਓਗੇ ਜੋ ਵੀ ਉੱਥੇ ਪ੍ਰੋਟੈਸਟ ਕਰ ਰਹੇ? ਇਹ ਗੱਲ ਮੇਰੇ ਪਹੁੰਚਾਉਣ ਵਾਲੀ ਕੋਈ ਹੈ ਹੀ ਨਹੀਂ। ਕੈਪਟਨ ਅਮਰਿੰਦਰ ਸਿੰਘ ਦੇ ਜਿੱਥੇ ਤੁਸੀਂ ਸਮਾਰਟ ਸਕੂਲਾਂ ਦੀ ਗੱਲ ਕੀਤੀ ਹੈ, ਤੁਸੀਂ ਮੈਂ ਦੂਰ ਨਾ ਜਾਓ, ਮੇਰੇ ਮੋਗੇ 'ਚ ਹੀ ਦੇਖੋ। ਮੈਂ ਤੁਹਾਨੂੰ ਜਿਹੜਾ ਮਰਜ਼ੀ ਮੇਰਾ ਸਕੂਲ ਚੈੱਕ ਕਰ ਲਓ ਤੁਸੀਂ। ਸਮਾਰਟ ਸਕੂਲਾਂ ਦੇ ਵਿੱਚ ਜਿੰਨੇ ਕਲਾਸਰੂਮਸ ਨੇ, ਉਹਨਾਂ ਦੇ ਵਿੱਚ ਬੋਰਡ ਜਿਹੜੇ ਨੇ ਉਹ ਸਮਾਰਟ ਹੈਗੇ ਆ, ਕੰਪਿਊਟਰਸ ਹੈਗੇ ਆ, ਔਰ ਉਹਨਾਂ ਦੇ ਉਹਦੇ ਤੋਂ ਇਲਾਵਾ ਮੈਂ ਤੁਹਾਨੂੰ ਜੇ ਸਕੂਲਾਂ ਦੇ ਵਿੱਚ ਕਿਤੇ ਤੁਹਾਨੂੰ ਵਿਜ਼ਿਟ ਕਰਾਵਾਂ, ਅੱਜ ਜੇ ਤੁਸੀਂ ਸਕੂਲ ਦੇਖੋ, ਉਹਨਾਂ ਦੀਆਂ ਕੰਧਾਂ ਦੇ ਉੱਤੇ ਜੋ ਟੀਚਰਾਂ ਨੇ ਸਲੋਗਨਸ ਲਿਖੇ ਨੇ, ਬੱਚਿਆਂ ਨੇ ਜੋ ਉੱਥੇ ਪਿਰਤਾਂ ਪਾਈਆਂ ਹੈਗੀਆਂ, ਉਹ ਦੇਖਣ ਵਾਲੀਆਂ ਹੈਗੀਆਂ। ਕਿਸੇ ਵੀ ਸਰਕਾਰੀ ਸਕੂਲ ਦੀ ਬਿਲਡਿੰਗ, ਕਿਸੇ ਵੀ ਸਰਕਾਰੀ ਸਕੂਲ ਦੀ ਜਿਹੜੀ ਆਊਟਲੁੱਕ ਆ, ਉਹ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਮਾਤ ਦਿੰਦੀ ਹੈ। ਔਰ ਅੱਜ ਟੀਚਰਾਂ ਨੇ ਜਿਹੜਾ ਰਿਜ਼ਲਟ ਲਿਆਂਦਾ, ਉਹ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਲਿਆਂਦਾ। ਸੋ ਮੈਂ ਚਾਹੁੰਦਾ ਕਿ ਕੱਲਾ ਚੈਨਲ ਦੇ ਉੱਤੇ ਖਿਚਾਈ ਕਰਨ ਦੀ ਬਜਾਏ ਤੁਸੀਂ ਮੇਰੇ ਨਾਲ ਚੱਲੋ। ਮੈਂ ਤੁਹਾਨੂੰ ਆਪਣੇ ਹਲਕੇ ਦੇ ਵਿੱਚ ਸਮਾਰਟ ਸਕੂਲ ਜਿਹੜੇ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ, ਤੁਸੀਂ ਆਪ ਵਿਜ਼ਿਟ ਕਰਕੇ। ਚੋਣ ਮੈਨੀਫੈਸਟੋ ਬਾਰੇ ਕੀ ਕਹੋਗੇ ਜੀ? ਚਲੋ ਤੁਹਾਡੇ ਨਾਲ ਕਿਸੇ ਦਿਨ ਜ਼ਰੂਰ ਵਿਜ਼ਿਟ ਕਰਾਂਗੇ। ਸਕੂਲ ਆਪਾਂ ਦਰਸ਼ਕਾਂ ਨੂੰ ਦਿਖਾਉਣੀ, ਕਿਉਂਕਿ ਲੋਕਾਂ ਦਾ ਸਵਾਲ ਹੈ ਆਪਣਾ। ਇੱਕ ਚੋਣ ਮੈਨੀਫੈਸਟੋ ਜਿਹੜਾ ਸੀਗਾ ਜੀ, ਤੁਸੀਂ 2017 ਵਿੱਚ ਜਿਹੜਾ ਸੀਗਾ, ਉਸ 'ਚ ਕਿੰਨੇ ਵਾਅਦੇ ਪੂਰੇ ਕੀਤੇ? ਕਿਸੇ ਦਰਸ਼ਕ ਦਾ ਸਮਾਰਟ ਸਕੂਲ ਦੇ ਬਾਰੇ ਕੋਈ ਸਵਾਲ ਨਹੀਂ। ਇਹ ਸਿਰਫ ਕੋਈ ਹੋ ਸਕਦਾ ਵਿਰੋਧੀ ਪਾਰਟੀਆਂ ਇਹ ਜੀ ਕੋਈ ਭਾਵਾਂ ਕਰਦੀਆਂ ਹੁਣ ਪ੍ਰਚਾਰ। ਜਿਹੜੇ ਮਰਜ਼ੀ ਪਿੰਡ ਦੇ ਵਿੱਚ, ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ, ਕਿਸੇ ਸਰਕਾਰੀ ਸਕੂਲ 'ਚ, ਚਾਹੇ ਉਹ ਪ੍ਰਾਇਮਰੀ ਹੈ, ਹਾਈ ਹੈ, ਚਾਹੇ ਹਾਇਰ ਸੈਕੰਡਰੀ ਹੈ, ਉੱਥੇ ਜਾ ਕੇ ਦੇਖੋ। ਤੁਹਾਨੂੰ ਉੱਥੋਂ ਜਾ ਕੇ ਮੇਰੇ ਨਾਲ ਜਾਣ ਦੀ ਲੋੜ ਨਹੀਂ, ਮੇਰੇ ਤੋਂ ਸਕੂਲ ਪੁੱਛਣ ਦੀ ਲੋੜ ਨਹੀਂ। ਤੁਸੀਂ ਆਪ ਜਾ ਕੇ ਆਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਸਮਾਰਟ ਸਕੂਲ ਕੀ ਹੁੰਦੇ ਆ ਤੇ ਉਹਨਾਂ ਦੀ ਪਰਿਭਾਸ਼ਾ ਕੀ ਹੈ ਤੇ ਉਹ ਕਿਵੇਂ ਚੱਲ ਰਹੇ ਆ। ਜਿੱਥੇ ਤੁਸੀਂ ਟੀਚਰਾਂ ਦੀ ਪੱਕੇ ਹੋਣ ਦੀ ਗੱਲ ਕੀਤੀ ਹੈਗੀ ਹੈ, ਉਹ ਮੇਰੇ ਦੱਸਣ ਦੀ ਗੱਲ ਨਹੀਂ, ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਜ਼ਿਹਨ ਦੇ ਵਿੱਚ ਸਾਰਾ ਕੁਝ ਹੈ। ਪਿਛਲੇ ਦਿਨੀ ਜਿਹੜੇ ਕਾਰਪੋਰੇਸ਼ਨਾਂ ਦੇ, ਮਿਊਨਿਸਪਲ ਕਮੇਟੀਆਂ ਦੇ ਕੱਚੇ ਮੁਲਾਜ਼ਮ ਸੀ, ਉਹਨਾਂ ਨੂੰ ਪੱਕੇ ਕੀਤਾ ਗਿਆ, ਔਰ ਜਿਹੜੇ ਠੇਕੇ ਦੇ ਉੱਤੇ ਕੰਮ ਕਰ ਰਹੇ ਸੀ, ਉਹਨਾਂ ਨੂੰ ਠੇਕੇ 'ਚੋਂ ਕੱਢ ਕੇ ਕੱਚਿਆਂ 'ਤੇ ਲਿਆਂਦਾ ਗਿਆ। ਸੋ ਇਸ ਤਰ੍ਹਾਂ ਜੋ ਸਰਕਾਰ ਦਾ ਵਾਅਦਾ ਸੀ, ਉਹ ਸਾਰੇ ਵਾਅਦੇ ਸਰਕਾਰ ਪੂਰੇ ਕਰ ਰਹੀ ਹੈ। ਚਾਹੇ ਉਹ ਸਮਾਰਟਫੋਨ ਜਿੰਨੇ ਕੁ ਅਸੀਂ ਦੇ ਸਕੇ ਉਹ ਦਿੱਤੇ ਆ, ਚਾਹੇ ਅਸੀਂ ਜਿਹੜੇ ਨੌਕਰੀ ਦੀ ਤੁਸੀਂ ਗੱਲ ਕੀਤੀ ਆ, ਕਾਫੀ ਜ਼ਿਆਦਾ ਰੁਜ਼ਗਾਰ ਮੇਲੇ ਲਾ ਕੇ ਨੌਕਰੀਆਂ ਦਿੱਤੀਆਂ। ਪਟਵਾਰੀਆਂ ਦੀਆਂ ਨੌਕਰੀਆਂ ਕੱਢੀਆਂ, ਟੀਚਰਾਂ ਦੀਆਂ ਨੌਕਰੀਆਂ ਕੱਢੀਆਂ, ਹੁਣ ਪੁਲਿਸ ਦੀਆਂ ਨੌਕਰੀਆਂ ਕੱਢੀਆਂ, ਹੋਰ ਬੜੇ ਡਿਪਾਰਟਮੈਂਟਾਂ ਦੇ ਵਿੱਚ ਅਸੀਂ ਨੌਕਰੀਆਂ ਦਿੱਤੀਆਂ। ਜੇ ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿ 100% ਬੱਚਾ ਜਿਹੜਾ ਆ ਉਹ ਨਿਕਲਦਾ ਹੀ ਨੌਕਰੀ 'ਤੇ ਲੱਗ ਗਿਆ, ਪਰ ਮੈਂ ਇਹ ਤੁਹਾਨੂੰ ਜ਼ਰੂਰ ਕਹੂੰਗਾ ਕਿ ਸਰਕਾਰ ਨੇ ਉਪਰਾਲਾ ਕੀਤਾ ਔਰ ਚੰਗਾ ਉਪਰਾਲਾ ਕੀਤਾ ਹੈਗਾ। ਆਪਣਾ ਜਿਵੇਂ ਹੁਣ ਤੁਸੀਂ ਮੇਨ ਮੁੱਦਾ ਤਾਂ 2017 ਸੀਗਾ, ਕੈਪਟਨ ਸਾਹਿਬ ਨੇ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਕਰਕੇ ਸਹੁੰ ਖਾਧੀ ਸੀ ਨਸ਼ਿਆਂ ਬਾਰੇ। ਨਸ਼ਿਆਂ ਨੂੰ ਤੁਸੀਂ ਅੱਜ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਵਿਰੋਧੀ ਧਿਰ ਤਾਂ ਲਗਾਤਾਰ ਕਹਿ ਰਹੇ ਆ ਨਸ਼ੇ ਉਸ ਤਰ੍ਹਾਂ ਹੀ ਵਿਕ ਰਹੇ, ਉਸ ਤੋਂ ਵੀ ਜ਼ਿਆਦਾ ਵਿਕ ਰਹੇ। ਵਿਰੋਧੀ ਧਿਰ ਨੂੰ ਪੁੱਛੋ ਕਿ ਉਹ ਜਿਹੜੇ ਉਹਨਾਂ ਦੇ ਸਰਗਣੇ ਸੀਗੇ, ਅੱਜ ਉਹ ਜੇਲ੍ਹਾਂ 'ਚ ਸੜ ਰਹੇ ਆ। ਔਰ ਕਿੱਥੇ ਜਦੋਂ ਮੈਂ ਉਸ ਵੇਲੇ ਦੇਖਦਾ ਸੀਗਾ, ਨੌਜਵਾਨ
ਬਾਂਹ ਦੇ ਵਿੱਚ ਉਹਦੇ ਟੀਕੇ ਵਾਲੀ ਸਿਰਿੰਜ ਪਈ ਆ ਤੇ ਉਵੇਂ ਹੀ ਮਰ ਗਿਆ। ਅੱਜ ਉਹ ਨਸ਼ਾ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਇਹ ਨਹੀਂ ਮੈਂ ਕਹਿੰਦਾ ਕਿ 100% ਨਸ਼ਾ ਮੁੱਕ ਹੋ ਗਿਆ, ਔਰ ਇਹ 100% ਕਦੇ ਮੁੱਕ ਵੀ ਨਹੀਂ ਸਕਦਾ। ਆਦਿ ਕਾਲ ਤੋਂ ਦੇਵਤਿਆਂ ਤੋਂ ਲੈ ਕੇ ਨਸ਼ੇ ਦੀਆਂ ਕਿਸਮਾਂ ਬਦਲਦੀਆਂ ਰਹੀਆਂ, ਪਰ ਉਹ ਨਸ਼ਾ ਜਿਹੜਾ ਹੈਗਾ ਬੰਦ ਨਹੀਂ ਬਿਲਕੁਲ ਹੋਇਆ। ਪਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜਿਹੜੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ, ਉਹਨਾਂ ਨੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੂੰਗਾ। ਅੱਜ ਨਸ਼ੇ ਦਾ ਲੱਕ ਟੁੱਟਿਆ। ਤੁਸੀਂ ਰੋਜ਼ ਚਾਹੇ ਮੋਗੇ ਦੀ ਗੱਲ ਕਰ ਲਓ, ਚਾਹੇ ਪੰਜਾਬ ਦੀ ਗੱਲ ਕਰ ਲਓ, STF ਨੇ ਔਰ ਪੁਲਿਸ ਨੇ ਬਹੁਤ ਵੱਡੀਆਂ ਖੇਪਾਂ ਫੜੀਆਂ ਨੇ। ਪਰ ਇੱਕ ਗੱਲ ਇਹ ਜ਼ਰੂਰ ਹੈਗੀ ਆ ਕਿ ਅੱਗੇ ਜਿਹੜਾ ਨਸ਼ਾ ਹੁੰਦਾ ਸੀਗਾ, ਡੋਡਿਆਂ ਦੇ ਬੋਰੇ ਫੜੇ ਜਾਂਦੇ ਸੀ। ਅੱਜ ਇਹ ਜਿਹੜਾ ਸਿੰਥੈਟਿਕ ਜਾਂ ਚਿੱਟਾ ਉਹਨੂੰ ਕਹਿੰਦੇ ਆ, ਬਹੁਤ ਛੋਟੀ ਪੁੜੀ ਆ। ਜਦੋਂ ਉਹਨੂੰ ਪੁਲਿਸ ਰੇਡ ਮਾਰਨ ਜਾਂਦੀ ਹੈ, ਅਗਲਾ ਮਿੱਟੀ 'ਚ ਵੀ ਸਿੱਟ ਦੇਵੇ ਤਾਂ ਉੱਥੇ ਉਹ ਰਲ ਜਾਂਦੀ। ਪਰ ਨਸ਼ੇ ਦਾ ਲੱਕ ਟੁੱਟਿਆ। ਅੱਜ ਉਸ ਤਰੀਕੇ ਦਾ ਨਸ਼ਾ ਕਿਤੇ ਵੀ ਨਹੀਂ ਹੈਗਾ। ਫਿਰ ਵੀ ਲਗਾਤਾਰ ਸਰਕਾਰ ਇਸ ਗੱਲ ਤੇ ਦਬਾਅ ਬਣਾ ਰਹੀ ਹੈ ਕਿ ਜਿਹੜੇ ਉੱਕਾ ਦਿੱਕਾ ਹੈਗੇ ਨੇ, ਜਿੱਦਾਂ ਪਹਿਲਾਂ ਵੱਡੇ ਪੈਡਲਰ ਹੁੰਦੇ ਸੀ ਉਹ ਨਹੀਂ ਹੈਗੇ, ਪਰ ਜਿੱਥੇ ਉੱਕਾ ਦੁੱਕਾ ਹੈਗੇ ਨੇ ਅੱਜ ਅਜੇ ਵੀ ਮੈਂ ਸਮਝਦਾ ਕਿ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ, ਕਿਤੇ ਨਾ ਕਿਤੇ ਨਸ਼ੇ ਦੀ ਹੋ ਰਹੀ ਹੈ। ਪਰ ਸਾਡੀ ਪੁਲਿਸ, ਸਾਡੀ ਸਰਕਾਰ ਮੁਸਤੈਦੀ ਨਾਲ ਇਹਦੇ ਵੱਲ ਲੱਗੀ ਹੋਈ ਹੈ। ਔਰ ਇਸ ਗੱਲ ਨੂੰ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਜ਼ਰੂਰ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਨਸ਼ੇ ਦਾ ਲੱਕ ਟੁੱਟਿਆ ਹੋਇਆ ਔਰ ਅੱਗੇ ਨਾਲੋਂ ਨਸ਼ਾ ਜਿਹੜਾ ਬਹੁਤ ਜ਼ਿਆਦਾ ਘਟਿਆ। ਚਾਹੇ ਮੇਰੇ ਹਲਕੇ ਤਾਂ ਨਹੀਂ, ਮੇਰੇ ਜ਼ਿਲ੍ਹੇ ਦਾ ਪਿੰਡ ਦੌਲੇ ਵਾਲਾ ਲੈ ਲਓ, ਜਿੱਥੇ ਘਰ ਘਰ ਨਸ਼ਾ ਵਿਕਦਾ ਸੀ, ਅੱਜ ਉੱਥੇ ਕੋਈ ਨਸ਼ਾ ਨਹੀਂ। ਚਾਹੇ ਮੇਰੇ ਆਪਣੇ ਹਲਕੇ ਦਾ ਪਿੰਡ ਬੁੱਕਣ ਵਾਲਾ ਸੀ, ਅੱਜ ਉੱਥੇ ਪੁਲਿਸ ਨੇ ਇੱਕ ਸੈਮੀਨਾਰ ਕੀਤਾ। ਅੱਜ ਉਹ ਸਾਰਾ ਪਿੰਡ ਜਿੱਥੇ ਕਦੇ ਨਸ਼ੇ ਦੀ ਸਮਗਲਿੰਗ ਦਾ ਵੱਡਾ ਗੜ੍ਹ ਮੰਨਿਆ ਜਾਂਦਾ ਸੀ, ਅੱਜ ਉਹ ਸਾਰਾ ਪਿੰਡ ਨਸ਼ਾ ਮੁਕਤ ਹੋ ਚੁੱਕਿਆ। ਅੱਜ ਉੱਥੇ ਪੰਜਾਬ ਪੁਲਿਸ ਨੇ ਵੀ ਇੱਕ ਸਮਾਗਮ ਕੀਤਾ। ਮੈਂ ਬਿਜ਼ੀ ਹੋਣ ਕਰਕੇ ਜਾ ਨਹੀਂ ਸਕਿਆ, ਮੈਂ ਵੀ ਜਾਣਾ ਸੀ। ਪਰ ਮੈਂ ਸਮਝਦਾ ਕਿ ਇਸ ਨਸ਼ੇ ਤੋਂ ਮੋੜਨ ਵਾਸਤੇ ਸਾਨੂੰ ਆਪਣੇ ਨੌਜਵਾਨ ਪੀੜ੍ਹੀ ਨੂੰ ਹੋਰ ਨਸ਼ਿਆਂ ਤੇ ਲਾਉਣਾ ਪੈਣਾ। ਜ਼ਿੰਦਗੀ ਦੇ ਵਿੱਚ ਜੇ ਇਸ ਨਸ਼ੇ ਤੋਂ ਬਚਾਉਣਾ ਤਾਂ ਹੋਰ, ਜਿੱਦਾਂ ਸਾਡੀ ਸਰਕਾਰ ਨੇ ਬਹੁਤ ਸਾਲਾਂ ਬਾਅਦ ਸਾਡੇ ਸਪੋਰਟਸ ਮਿਨਿਸਟਰ ਨੇ ਬੱਚਿਆਂ ਦਾ ਜਿਹੜਾ 10 ਲੱਖ ਦਾ ਜਾਂ 25 ਲੱਖ ਦਾ ਪ੍ਰਾਈਜ਼ ਮਨੀ ਹੁੰਦੀ ਸੀ, 1 ਕਰੋੜ ਰੁਪਏ ਦਾ ਪ੍ਰਾਈਜ਼ ਮਨੀ ਕੀਤਾ। ਜਿੱਦਾਂ ਉਹਨਾਂ ਨੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਐਡਜਸਟ ਕਰਨ ਦੀ, ਨੌਕਰੀਆਂ ਦੇਣ ਦੀ ਕਵਾਇਤ ਚਲਾਈ ਹੈਗੀ ਹੈ। ਠੀਕ ਹੈ, ਇਹ ਅਜੇ ਸ਼ੁਰੂਆਤ ਆ, ਇਹਨੂੰ ਟਾਈਮ ਲੱਗੂਗਾ। ਮੈਨੂੰ ਉਮੀਦ ਹੈ ਕਿ ਆਉਂਦੇ 5 ਸਾਲਾਂ 'ਚ ਵੀ ਲੋਕ ਇਸ ਕਵਾਇਤ ਨੂੰ ਦੇਖਦੇ ਹੋਏ ਮੁੜ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਵਾਂਗੇ, ਔਰ ਜਿਹੜੇ ਬਣਾਉਣਗੇ ਔਰ ਜਿਹੜੇ ਸਾਡੇ ਅਧੂਰੇ ਕੰਮ ਆ ਉਹ ਅਸੀਂ ਜਿਹੜੇ ਰਹਿੰਦੇ 6 ਮਹੀਨੇ 7 ਮਹੀਨੇ 8 ਮਹੀਨੇ ਇਹਦੇ 'ਚ ਕਰਾਂਗੇ। ਬਾਕੀ ਜੇ ਕੋਈ ਰਹਿ ਗਿਆ ਤਾਂ ਜ਼ਰੂਰ ਅਗਲੀ ਵਾਰੀ 'ਚ ਵੀ ਉਹ ਪੂਰੇ ਕਰਾਂਗੇ। ਪਰ ਇਸ ਵਾਰੀ ਦੇ ਵਿੱਚ ਸਿੰਥੈਟਿਕ ਜਿਹੜੇ ਨਸ਼ੇ ਆ ਜੀ, ਸਿੰਥੈਟਿਕ ਨਸ਼ੇ ਸ਼ਰੇਆਮ ਵਿਕ ਰਹੇ ਆ ਤੇ ਮਿਲ ਵੀ ਰਹੇ ਆ। ਤੁਸੀਂ ਜਦੋਂ ਆਖੋਗੇ ਉਦੋਂ ਤੁਹਾਨੂੰ ਪਕੜਵਾ ਵੀ ਸਕਦੇ ਆ, ਕਿਉਂਕਿ ਮੈਂ ਆਮ ਲੋਕਾਂ 'ਚ ਰਹਿਣਾ। ਆਮ ਲੋਕ ਕਹਿੰਦੇ ਤੁਸੀਂ ਕਿਹੜਾ ਨਸ਼ਾ ਲੈਣਾ, ਮੂੰਹੋਂ ਦੱਸੋ। ਸਿੰਥੈਟਿਕ ਨਸ਼ੇ ਤੇ ਮੈਂ ਐਂ ਨਹੀਂ ਕਹਿੰਦਾ ਹੁਣ ਵੀ ਇੱਥੇ ਕਾਹਤੋਂ, ਸਿੰਥੈਟਿਕ ਨਸ਼ੇ ਤੇ ਤੁਸੀਂ ਇਹੋ ਜਿਹਾ ਕਾਨੂੰਨ ਕਾਹਤੋਂ ਨਹੀਂ ਬਣਾ ਦਿੰਦੇ, ਜੇਕਰ ਬੰਦਾ ਫੜਿਆ ਜਾਂਦਾ ਤਾਂ ਉਸ ਨੂੰ ਸਜ਼ਾ ਇਹੋ ਜਿਹੀ ਹੋਵੇ ਤਾਂ ਕਿ ਉਹ ਬੰਦਾ ਦੁਬਾਰਾ ਵੇਚਣ ਦੀ ਕੋਸ਼ਿਸ਼ ਨਾ ਕਰੇ। ਸਿੰਥੈਟਿਕ ਨਸ਼ੇ ਤੇ ਖਾਸ ਤੌਰ ਤੇ ਜਿਹੜਾ ਆਪਣਾ ਗਵਾਂਢੀ ਰਾਜ ਆ ਜੀ ਰਾਜਸਥਾਨ, ਉੱਥੇ ਜੋ ਖੇਤੀ ਹੁੰਦੀ ਆ, ਉੱਥੇ ਜੋ ਚੀਜ਼ਾਂ ਵੈਲਿਡ ਆ, ਉਹ ਆਪਣੇ ਦੇਸ਼ 'ਚ ਹੀ ਆ ਨੇ ਜੀ। ਉਹ ਚੀਜ਼ਾਂ ਜੇ ਆਪਣੇ ਆਉਣ ਤਾਂ ਸਿੰਥੈਟਿਕ ਨਸ਼ਾ ਆਟੋਮੈਟਿਕ ਹੀ ਘਟ ਜੂਗਾ, ਲੋਕ ਕੰਮ ਕਰਨਗੇ। ਤੁਸੀਂ ਡਾਕਟਰ ਗਾਂਧੀ ਦੇ ਇਸ ਗੱਲ ਨਾਲ ਕਿੰਨਾ ਕੁ ਤਾਲੁਕ ਰੱਖਦੇ ਹੋ? ਦੇਖੋ, ਫਿਰ ਤਾਂ ਤੁਸੀਂ ਕੱਲ ਨੂੰ ਕਹੋਗੇ ਵੀ ਸ਼ਰਾਬ ਦੀ ਸਮਗਲਿੰਗ ਹੁੰਦੀ ਉਹ ਵੀ ਗੁੜ ਪਾ ਲਿਆ ਕਰੋ, ਉਹ ਵੀ ਘਰੇ ਦਾਰੂ ਕੱਢ ਲਿਆ ਕਰੋ। ਨਹੀਂ, ਸਿੰਥੈਟਿਕ ਨਸ਼ੇ ਤੋਂ ਰੋਕਣ ਲਈ ਕੀ ਫਿਰ ਸਰਕਾਰ ਕੀ ਕਰ ਰਹੀ ਹੈ? ਨਸ਼ੇ ਤੋਂ ਰੋਕਣ ਵਾਸਤੇ ਛੋਟੇ ਵੀਰ ਤੁਸੀਂ ਕਾਨੂੰਨ ਪੜ੍ਹੋ ਕਿਤੇ, ਜਿੱਥੋਂ ਵੀ ਜੇ ਕੋਈ ਪੈਡਲਰ ਫੜਿਆ ਜਾਂਦਾ ਉਹਦੇ ਉੱਤੇ ਜਿਹੜਾ ਪਰਚਾ ਦਰਜ ਹੁੰਦਾ ਉਹਦੇ ਵਿੱਚ ਉਹਦੀ ਪ੍ਰਾਪਰਟੀ ਸਾਰੀ ਜ਼ਬਤ ਕਰਨ ਤੱਕ ਦਾ ਕਾਨੂੰਨ ਆ। ਜੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਵੀ ਕਿੱਥੋਂ ਵਿਕਦਾ, ਤੇ ਛੋਟੇ ਭਾਈ ਤੁਸੀਂ ਫੜਾਓ ਨਾ ਉਹ ਬੰਦੇ। ਇਹ ਕੰਮ ਇਕੱਲਾ ਸਰਕਾਰ ਦਾ ਨਹੀਂ ਹੈਗਾ, ਇਹ ਸਾਰਿਆਂ ਨੇ ਰਲ ਕੇ ਅਸੀਂ ਇਸ ਮੁਹਿੰਮ ਦੇ ਵਿੱਚ ਕੰਮ ਕਰੀਏ ਤਾਂ ਜਾ ਕੇ ਹੁੰਦਾ। ਜਦੋਂ ਪੁਲਿਸ ਰੇਡ ਮਾਰਨ ਜਾਂਦੀ ਹੈ, ਅਗਲਾ ਤਾਂ ਛੋਟੀ ਜਿਹੀ ਪੁੜੀ ਆ ਉਹਨੂੰ ਮਿੱਟੀ 'ਚ ਸਿੱਟ ਦਿੰਦਾ, ਫਲੱਸ਼ ਵਿੱਚ ਕਰ ਦਿੰਦਾ। ਪਰ ਜੇ ਤੁਹਾਡੀ ਵੀ ਨੌਲੇਜ ਦੇ ਵਿੱਚ ਹੈਗਾ, ਤੁਸੀਂ ਇੱਕ ਚੈਨਲ ਦੇ ਜ਼ਿੰਮੇਵਾਰ ਨੁਮਾਇੰਦੇ ਆ, ਮੈਨੂੰ ਦੱਸੋ, ਤੁਸੀਂ ਗੁਪਤ ਸੂਚਨਾ ਦੇ ਦਿਓ, ਆਪਾਂ ਉੱਥੋਂ ਚੁਕਾਉਂਦੇ ਆ, ਉਹਨਾਂ ਨੂੰ ਫੜਾਉਂਦੇ ਆ। ਜਿਹੜੇ ਮੈਡੀਕਲ ਦੇ ਨਸ਼ੇ ਆ ਉਹਨਾਂ ਨੂੰ ਠੱਲ ਪਈ ਆ, ਸਿੰਥੈਟਿਕ ਨਸ਼ੇ ਨੂੰ ਠੱਲ ਪਈ ਆ, ਚਿੱਟੇ ਨੂੰ ਠੱਲ ਪਈ ਆ। ਪਰ ਜੇ ਤੁਸੀਂ ਗਾਂਧੀ ਜੀ ਦੇ ਵਿਚਾਰਾਂ ਦੇ ਨਾਲ, ਇਹ ਜਿਹੜੇ ਧਰਮਵੀਰ ਗਾਂਧੀ ਜੀ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਇਹ ਕਹੋਗੇ ਕਿ ਜੇ ਰਾਜਸਥਾਨ 'ਚ ਡੋਡੇ ਬੀਜਦੇ ਆ ਤੇ ਅਸੀਂ ਵੀ ਡੋਡੇ ਬੀਜਣ ਲੱਗ ਪਈਏ, ਫਿਰ ਤਾਂ ਤੁਸੀਂ ਇਹ ਕਹੋਗੇ ਕਿ ਨਸ਼ਾ ਜਿਹੜਾ ਜੀ ਉਹ ਆਪ ਹੀ ਆਪਾਂ ਦੇਣਾ ਆ। ਆਪਾਂ ਸ਼ਰਾਬ ਮਹਿੰਗੀ ਬਹੁਤ ਮਿਲਦੀ ਆ ਵੀ ਆਪਾਂ ਗੁੜ ਪਾ ਲਿਆ ਕਰੀਏ ਤੇ ਦਾਰੂ ਵੀ ਕੱਢ ਲਿਆ ਕਰੀਏ। ਸਾਡੀ ਸਰਕਾਰ ਸ਼ਰਾਬ ਤੇ ਵੀ ਸਵਾਲ ਆ ਜੀ, ਸਵਾਲ ਸ਼ਰਾਬ ਤੇ ਵੀ ਆ। ਠੇਕੇ ਖੋਲੇ ਗਏ, ਸਕੂਲ ਬੰਦ ਆ, ਲੋਕ ਤਾਂ ਉਹ 'ਤੇ ਵੀ ਸਵਾਲ ਕਰ ਰਹੇ ਆ, ਸ਼ਰਾਬ ਤੇ ਵੀ।
ਬਿਲਕੁਲ ਤੁਹਾਡਾ ਸਵਾਲ ਵਾਜਬ ਹੈ। ਅਸੀਂ ਇੱਕ ਪਾਸੇ ਆਪਣੇ ਬੱਚਿਆਂ ਨੂੰ ਇਸ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਸਕੂਲਾਂ ਦੇ ਵਿੱਚ ਆ ਕੇ, ਜਦੋਂ ਸਕੂਲ ਖੋਲ੍ਹੇ ਗਏ ਸੀ ਤੁਹਾਨੂੰ ਪਤਾ ਹੋਣਾ ਕਿ ਇੱਕ ਟੀਚਰ ਆ ਗਿਆ ਕੰਟੈਮੀਨੇਟ, ਤਾਂ ਉਹਦੇ ਨਾਲ ਪਤਾ ਨਹੀਂ ਕਿੰਨੇ ਬੱਚੇ ਜਿਹੜੇ ਆ ਉਹਨਾਂ ਤੇ, ਔਰ ਬੱਚੇ ਤਾਂ ਇੰਨੇ ਮਾਸੂਮ ਹੈਗੇ ਆ, ਉਹਨਾਂ ਦੇ ਛਾਤੀ ਦੇ ਉੱਤੇ ਅਸਰ ਹੋ ਗਿਆ ਤੇ ਉਹ ਬਚਣੇ ਹੀ ਨਹੀਂ। ਅਜੇ ਵੱਡੇ ਤਾਂ ਫਿਰ ਵੀ ਬਹੁਤ ਮੌਤਾਂ ਹੁੰਦੀਆਂ ਨੇ, ਫਿਰ ਵੀ ਪਰਮਾਤਮਾ ਦੀ ਕਿਰਪਾ ਬਚ ਜਾਂਦੇ। ਇਸ ਕਰਕੇ ਪੰਜਾਬ ਸਰਕਾਰ ਕੋਈ ਇਦਾਂ ਦਾ ਰਿਸਕ ਨਹੀਂ ਲੈ ਰਹੀ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਿਆਂਦਾ ਜਾਵੇ, ਔਰ ਸਾਡੇ ਉਹ ਮਾਸੂਮ ਬੱਚੇ ਅੱਜ ਕੱਲ੍ਹ ਜਿਹੜੇ ਇੱਕ ਇੱਕ ਦੋ ਦੋ ਹੈਗੇ ਆ, ਉਹਨਾਂ ਨੂੰ ਕੋਈ ਉਹਨਾਂ ਦੀ ਜਾਨ ਨੂੰ ਜੋਖਮ 'ਚ ਪਾਇਆ ਜਾਵੇ। ਉਹਨਾਂ ਦੀਆਂ ਪੜ੍ਹਾਈ ਦੀਆਂ ਜਿੱਥੇ ਤੱਕ ਗੱਲਾਂ ਹੈਗੀਆਂ, ਆਨਲਾਈਨ ਕਲਾਸਾਂ ਨਿਰੰਤਰ ਚੱਲ ਰਹੀਆਂ ਹੈਗੀਆਂ। ਜਿੱਥੇ ਤੁਸੀਂ ਠੇਕਿਆਂ ਦੀ ਗੱਲ ਕਹਿੰਦੇ ਆਖਰੀ ਸਵਾਲ ਜੀ, ਠੇਕਿਆਂ ਰਿਲੇਟਡ ਪੰਜਾਬ ਸਰਕਾਰ ਕਿਸੇ ਨੂੰ ਇਹ ਜ਼ਬਰਦਸਤੀ ਨਹੀਂ ਕਹਿੰਦੀ ਕਿ ਤੁਸੀਂ ਠੇਕੇ ਤੇ ਜਾਓ ਤੇ ਦਾਰੂ ਲਓ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਪੰਜਾਬ ਸਰਕਾਰ ਨੂੰ ਜਿੱਥੇ ਤੁਸੀਂ ਨੌਕਰੀਆਂ ਮੰਗਦੇ ਹੋ, ਤਨਖਾਹਾਂ ਦੇਣ ਵਾਸਤੇ ਰੈਵਨਿਊ ਚਾਹੀਦਾ। ਜਿੱਥੇ ਤੁਸੀਂ ਪੰਜਾਬ ਸਰਕਾਰ ਤੋਂ ਹੋਰ ਸਹੂਲਤਾਂ ਮੰਗਦੇ, ਉਹ ਰੈਵਨਿਊ ਜਨਰੇਟ ਕਰਨ ਵਾਸਤੇ ਸਰਕਾਰ ਨੂੰ ਪੈਸੇ ਚਾਹੀਦੇ ਆ, ਤੇ ਉਹ ਰੈਵਨਿਊ ਸਰਕਾਰ ਨੂੰ ਸ਼ਰਾਬ ਤੋਂ ਆਉਂਦਾ, ਇਸ ਕਰਕੇ ਉਹ ਠੇਕੇ ਖੁੱਲ੍ਹੇ ਆ। ਸਰਕਾਰ ਨੇ ਤਾਂ ਹੋਰ ਵੀ ਬੜੀਆਂ ਚੀਜ਼ਾਂ ਮਿਲਦੀ, ਤਾਂ ਪੰਸਾਰੀ ਦੀ ਦੁਕਾਨ ਵੀ ਖੁੱਲ੍ਹੀ ਆ, ਉੱਥੋਂ ਜ਼ਹਿਰ ਵੀ ਮਿਲ ਜਾਂਦਾ, ਤੇ ਆਪਾਂ ਉਹ ਕਿਉਂ ਨਹੀਂ ਲੈ ਕੇ ਖਾ ਲੈਂਦੇ। ਸੋ ਆਪਾਂ ਪੈਸਟੀਸਾਈਡ ਦੀਆਂ ਦੁਕਾਨਾਂ, ਆਪਾਂ ਰੇਹਾਂ ਸਪਰੇਆਂ ਉੱਥੋਂ ਲਿਆਉਨੇ ਆ। ਆਪਾਂ ਕਿਹੜੇ ਸਾਰੇ ਮਸ਼ੈਟੀ ਪੀ ਜਾਂਦੇ? ਜੇ ਮੈਂ ਸ਼ਰਾਬ ਨਹੀਂ ਪੀਂਦਾ ਤੇ ਮੇਰੇ ਇਹ ਕੋਈ ਮੂੰਹ 'ਚ ਜਾ ਕੇ ਜ਼ਬਰਦਸਤੀ ਪਾਉਂਦਾ? ਸਰਕਾਰ ਨੇ ਠੇਕਾ ਖੋਲ੍ਹ ਦਿੱਤਾ, ਸਰਕਾਰ ਨੇ ਤਾਂ ਬਹੁਤ ਕੁਝ ਖੋਲ੍ਹਿਆ ਪਿਆ। ਇਹ ਤਾਂ ਅਸੀਂ ਸਿਆਣਪ ਕਰਨੀ ਆ, ਅਸੀਂ ਦੇਖਣਾ ਕਿਹੜੀ ਚੀਜ਼ ਮੈਂ ਲੈਣੀ ਆ ਤੇ ਕਿਹੜੀ ਚੀਜ਼ ਨਹੀਂ ਲੈਣੀ। ਸਰਕਾਰ ਨੂੰ ਤੁਸੀਂ ਰੋਜ਼ ਸਹੂਲਤਾਂ ਮੰਗਦੇ ਆ, ਬਿਜਲੀ ਮੁਫਤ ਕਰ ਦਿਓ ਜੀ, ਪਾਣੀ ਮੁਫਤ ਕਰ ਦਿਓ ਜੀ, ਆਹ ਕਰ ਦਿਓ, ਉਹ ਦੇਣਾ ਕਿੱਥੋਂ ਆ? ਸਰਕਾਰ ਕੋਲ ਪੈਸੇ ਆਉਣਗੇ ਤਾਂ ਹੀ ਆਉਣਾ ਨਾ। ਸਰਕਾਰ ਨੇ ਰੈਵਨਿਊ ਜਨਰੇਟ ਕਰਨਾ, ਉਹਦੇ ਵਾਸਤੇ ਜਿਹੜੀਆਂ ਚੀਜ਼ਾਂ ਖੋਲ੍ਹਣੀਆਂ ਉਹ ਸਰਕਾਰ ਨੇ ਖੋਲ੍ਹਣੀਆਂ। ਪਰ ਸਰਕਾਰ ਕੋਈ ਜ਼ਬਰਦਸਤੀ ਕਿਸੇ ਦੇ ਉੱਤੇ ਲਾਗੂ ਨਹੀਂ ਕਰਦੀ ਕਿ ਤੁਸੀਂ ਜ਼ਰੂਰ ਜਾਓ ਤੇ ਉੱਥੋਂ ਸ਼ਰਾਬ ਲੈ ਕੇ ਆਓ। ਆਪਣਾ ਸ਼ਰਾਬ ਦੇ ਠੇਕਿਆਂ ਬਾਰੇ ਨਵਜੋਤ ਸਿੱਧੂ ਦਾ ਇੱਕ ਬਿਆਨ ਸੀਗਾ, ਤਾਮਿਲਨਾਡੂ ਨਾਲ ਉਹਨੇ ਕੰਪੇਅਰ ਕੀਤਾ ਪੰਜਾਬ ਨੂੰ। ਤਾਮਿਲਨਾਡੂ 'ਚ ਜਿਹੜੇ ਠੇਕੇ ਆ ਉਹ ਸਰਕਾਰੀ ਆ, ਉੱਥੇ ਸਰਕਾਰ ਦੀ ਆਮਦਨ ਤਾਂ ਆਪਣੇ ਪਹਿਲਾਂ ਬਰਾਬਰ ਸੀ, ਕੁਝ ਸਾਲ ਪਹਿਲਾਂ ਦਾ ਆંકੜਾ ਦੱਸਿਆ ਉਸਨੇ। ਅੱਜ ਉਸ ਦੀ ਆਮਦਨ ਕਈ ਹਜ਼ਾਰ ਕਰੋੜ ਵੱਧ ਗਈ, ਤੇ ਉਹ ਜੇ ਸਰਕਾਰੀ ਠੇਕੇ ਸਰਕਾਰ ਜਿਵੇਂ ਹੁਣ ਪ੍ਰਾਈਵੇਟ ਵਾਲਿਆਂ ਨੂੰ ਦੇ ਦਿੰਦੇ ਆ, ਉਹ ਸਰਕਾਰ ਦੇ ਹੋਣ ਤਾਂ ਉਹ ਕਹਿੰਦਾ ਇਸ ਤਰ੍ਹਾਂ ਆਮਦਨ ਵਧੂਗੀ, ਰੈਵਨਿਊ ਵਧੂਗਾ। ਤੇ ਇਸ ਬਾਰੇ ਸਰਕਾਰ ਫਿਰ ਕਿਉਂ ਨਹੀਂ ਸੋਚਦੀ? ਹਾਲਾਂਕਿ ਤੁਹਾਡਾ ਹੀ ਕਾਂਗਰਸ ਦਾ ਉਹ ਨੁਮਾਇੰਦਾ MLA ਆ, ਤੇ ਉਹ ਉਸ ਦੀ ਜਿਹੜੀ ਇਹ ਸਲਾਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਲਾਹਾਂ ਤਾਂ ਤੁਸੀਂ ਮੇਰੇ ਕੋਲ ਸਵੇਰ ਤੋਂ ਬਹਿ ਜਾਓ, ਜਿਹੜਾ ਬੰਦਾ ਆਉਂਦਾ ਆਪਦੀ ਨਵੀਂ ਸਲਾਹ ਦੇ ਕੇ ਜਾਂਦਾ। ਔਰ ਜੇ ਤੁਸੀਂ ਸ਼ਾਮ ਤੱਕ ਕੋਈ ਰਜਿਸਟਰ ਲਾ ਲਓ, ਮੈਨੂੰ ਲੱਗਦਾ ਰਜਿਸਟਰ ਭਰ ਜਾਣਾ ਸਲਾਹਾਂ ਨਾਲ। ਓਨਲੀ ਬੀਰਰ ਨੋਜ਼ ਵੇਅਰ ਦਾ ਸ਼ੂ ਪਿੰਚਸ। ਜਿਹਦੇ ਜੁੱਤੀ ਪਾਈ ਹੁੰਦੀ ਹੈ ਨਾ, ਦੇਖਣ ਵਾਲੇ ਨੂੰ ਲੱਗਦਾ ਹੁੰਦਾ ਬੜੀ ਸੋਹਣੀ, ਪਰ ਜਿਹਨੇ ਪਾਈ ਹੁੰਦੀ ਉਹਨੂੰ ਪਤਾ ਹੁੰਦਾ ਕਿੱਥੋਂ ਕਿੱਥੋਂ ਚੁੱਭਦੀ। ਨਵਜੋਤ ਸਿੱਧੂ ਨੇ ਪਾਈ ਜੀ। ਇਹ ਜਿਹੜਾ ਇਹ ਗੱਲ ਹੁੰਦੀ ਨਾ ਛੋਟੇ ਭਾਈ, ਇਹ ਬਹਿਸ ਦਾ ਮੁੱਦਾ ਨਹੀਂ ਹੁੰਦਾ, ਇਹ ਇੱਕ ਮੁਹਾਵਰਾ ਹੁੰਦਾ। ਨਵਜੋਤ ਸਿੱਧੂ ਕੋਈ ਨੰਗੇ ਪੈਰੀਂ ਫਿਰਦਾ? ਤੁਸੀਂ ਕਹਿੰਦੇ ਨਵਜੋਤ ਸਿੱਧੂ ਨੇ ਪਾਈ ਨਹੀਂ। ਨਵਜੋਤ ਸਿੱਧੂ ਜੀ ਸਾਡੇ ਸਤਿਕਾਰਯੋਗ ਲੀਡਰ ਆ, ਮੈਨੂੰ ਜਿਤਾਉਣ ਦੇ ਵਿੱਚ ਬੜਾ ਵੱਡਾ ਉਹਨਾਂ ਦਾ ਯੋਗਦਾਨ ਹੈ। ਮੈਂ ਕੋਈ ਉਹਨਾਂ ਦਾ ਵਿਰੋਧੀ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਉਹ ਨੰਗੇ ਪੈਰੀ। ਮੈਂ ਤੁਹਾਨੂੰ ਦੱਸਿਆ ਕਿ ਓਨਲੀ ਵੀਰਰ ਨੋਜ਼, ਇਹਦਾ ਮਤਲਬ ਵੀ ਜਿਹਦੇ ਜੁੱਤੀ ਪਾਈ ਉਹਨੂੰ ਚੁੱਭਦੀ। ਇਹ ਮੁਹਾਵਰਾ ਆ ਛੋਟੇ ਵੀਰ ਜੀ। ਇਸ ਕਰਕੇ ਮੈਂ ਤੁਹਾਨੂੰ ਇਹ ਮੁਹਾਵਰਾ ਦੱਸਿਆ ਵੀ ਤੁਸੀਂ ਤਾਂ ਇੱਕ ਸਲਾਹ ਦੇਤੀ, ਜਾਂ ਨਵਜੋਤ ਜੀ ਨੇ ਇੱਕ ਸਲਾਹ ਦੇਤੀ ਵੀ ਸਰਕਾਰ ਤਾਮਿਲਨਾਡੂ, ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਤਾਮਿਲਨਾਡੂ ਨੂੰ ਸਲਾਹ ਦਿੰਦੇ ਹੁਣ ਵੀ ਪੰਜਾਬ ਐਂ ਕਰਦਾ, ਤੁਸੀਂ ਐਂ ਕਰ ਲਓ। ਅੱਜ ਸਾਡੇ ਸਕੂਲ ਹਿੰਦੁਸਤਾਨ 'ਚੋਂ ਪਹਿਲੇ ਨੰਬਰ 'ਤੇ ਆ, ਤਾਮਿਲਨਾਡੂ ਦੇ ਕਿਉਂ ਨਹੀਂ ਆ ਗਏ? ਉਹ ਵੀ ਕਿਸੇ ਨੇ ਕਿਸੇ ਨੂੰ ਤਾਮਿਲਨਾਡੂ ਨੂੰ ਵੀ ਸਲਾਹ ਦਿੱਤੀ ਹੋਣੀ। ਹਰੇਕ ਸਟੇਟ ਦੀ ਇੱਕ ਆਪਣੀ ਚੀਜ਼ ਹੁੰਦੀ ਆ, ਉਹ ਕਿਸੇ ਦੇ ਵਿੱਚ ਉਹ ਅੱਗੇ ਆ, ਕਿਸੇ ਦੇ ਵਿੱਚ ਉਹ ਪਿੱਛੇ ਆ। ਜੇ ਕਿਸੇ ਕੋਲ ਕੋਈ ਚੀਜ਼ ਚੰਗੀ ਆ ਜੀ, ਆਪਾਂ ਨੂੰ ਰੱਖ ਲੈਣੀ ਚਾਹੀਦੀ ਹੈ। ਹਾਂਜੀ, ਰੱਖ ਲੈਣੀ ਚਾਹੀਦੀ ਹੈ। ਆਪਾਂ ਨੂੰ ਕੋਈ ਸੋਚੋ ਵਿਚਾਰ ਕਰਨਾ ਚਾਹੀਦਾ। ਜੇ ਆਪਣੇ ਉਹਦੇ ਨਾਲ ਆਮਦਨ ਵੱਧਦੀ ਆ ਪੰਜਾਬ ਦੀ, ਤਾਂ ਉਹ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ। ਦੇਖੋ, ਜੇ ਨਵਜੋਤ ਸਿੱਧੂ ਜੀ ਉੱਥੋਂ ਕੋਈ ਮਾਡਲ ਲੈ ਕੇ ਆ ਗਏ, ਉਹਨਾਂ ਨੇ ਆ ਕੇ ਕਹਿਤਾ ਵੀ ਇਹਦੇ ਨਾਲ ਆਮਦਨ ਵੱਧ ਜਾਂਦੀ ਹੈ, ਲੋਕ ਤਾਂ ਤਰਾ ਕਰਦੇ ਬਿਜਲੀ ਦੇ ਮੁੱਦੇ ਤੇ ਵੀ। ਹੁਣ ਤੁਸੀਂ ਤਾਂ ਮੇਰੇ ਤੋਂ ਜਾਣ ਕੇ ਵਿਰੋਧ ਚ ਪਾਉਨੇ ਆ। ਨਵਜੋਤ ਸਿੱਧੂ ਜੀ ਨੂੰ ਬਿਜਲੀ ਦਾ ਮਹਿਕਮਾ ਦਿੱਤਾ ਸੀ, ਅੱਜ ਸਾਰੇ ਲੋਕ ਬਿਜਲੀ ਤੇ ਚੀਕਾਂ ਮਾਰਦੇ, ਫਿਰ ਲੈ ਕੇ ਬਿਜਲੀ ਦਾ ਮਹਿਕਮਾ ਕਰ ਦਿੰਦੇ ਭੰਨ ਘਾੜ। ਅੱਜ ਲੋਕ ਸੌਖੇ ਹੋ ਜਾਂਦੇ। ਸਲਾਹ ਦੇਣੀ, ਦੂਜੇ ਲੋਕਾਂ ਦਾ ਮਾਡਲ ਇੱਥੇ ਤੱਕ ਲਿਆ ਕੇ ਦਿਖਾਉਣਾ ਹੋਰ ਚੀਜ਼ ਹੁੰਦੀ ਹੈ, ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਬੜੀਆਂ ਸਾਰੀਆਂ ਪ੍ਰੋਬਲਮ। ਉਹਨਾਂ ਨੇ ਉਸ ਟਾਈਮ ਜੀ ਬਿਜਲੀ ਮਹਿਕਮੇ ਤੇ ਬਿਆਨ ਦਿੱਤੇ ਸੀਗੇ। ਆਪਾਂ ਐਂ ਕਹਿੰਦੇ ਆ ਵੀ ਗੁਆਂਢੀਆਂ ਦੇ ਥਾਰ ਲਈ ਆ, ਮੇਰੇ ਕਿਉਂ ਨਹੀਂ? ਮੇਰੇ ਪਿਓ ਨੂੰ ਪਤਾ ਨਾ ਮੈਨੂੰ ਕਿੱਥੋਂ ਲੈ ਕੇ ਦੇਣੀ ਆ। ਆਪਾਂ ਦੂਜਿਆਂ ਦੀਆਂ ਚੀਜ਼ਾਂ ਦੇਖ ਕੇ ਨਹੀਂ ਕੁਝ ਆਪਾਂ ਚੋਪੜੀ
ਹੋਰ ਤੁਸੀਂ ਸੁਣਿਆ ਹੋਊਗਾ ਗਾਣਾ ਬਣ ਜਾਈਏ ਉਸਤਾਦ ਜੀ ਤਾਂ ਵੀ ਸਿੱਖਦੇ ਰਹੀਏ ਨੀਵੇਂ ਰਹੀਏ। ਅਸੀਂ ਸਿੱਖ ਨਹੀਂ ਰਹੇ ਉਵੇਂ ਹਾਂ। ਨਹੀਂ ਜੀ, ਜੇ ਤਾਮਿਲਨਾਡੂ ਕੋਲ ਸਿੱਖ- ਕੋਈ ਚੰਗੀ ਚੀਜ਼ ਆ ਵੀ ਆਪਾਂ ਨੂੰ ਲੈਣ 'ਚ ਕੀ ਤਾਮਿਲਨਾਡੂ ਹਰਜ ਕੋਲੇ ਆ? ਇੱਕ ਚੰਗੀ ਚੀਜ਼ ਹੋਊਗੀ, ਸਾਡੇ ਕੋਲੇ ਕਿੰਨੀਆਂ ਚੀਜ਼ਾਂ ਚੰਗੀਆਂ ਆ। ਅਸੀਂ ਅੱਜ ਜਿੱਥੇ ਮੈਂ ਤੁਹਾਨੂੰ ਐਜੂਕੇਸ਼ਨ ਦੀ ਗੱਲ ਕੀਤੀ, ਮੈਂ ਤੁਹਾਨੂੰ ਮੈਡੀਕਲ ਦੀ ਗੱਲ ਕੀਤੀ ਆ। ਦੁਨੀਆ ਦੇ ਵਿੱਚ ਹਰ ਮਨੁੱਖ ਨੂੰ ਦੋ ਚੀਜ਼ਾਂ ਦੀ ਮੁੱਢਲੀ ਲੋੜ ਆ, ਇੱਕ ਸਿੱਖਿਆ ਤੇ ਇੱਕ ਸਿਹਤ। ਜੀ ਜੀ ਅੱਜ ਅਸੀਂ ਸਿਹਤ ਦੇ ਵਿੱਚ ਕਿੱਥੇ ਆਏ ਆ, ਜੀ ਜੀ। ਅੱਜ ਅਸੀਂ ਸਿੱਖਿਆ ਦੇ ਵਿੱਚ ਕਿੱਥੇ ਆਏ ਆ। ਚਲੋ ਹੁਣ ਮੋਗੇ ਕੋਈ ਇੰਡਸਟਰੀ ਜਲਦੀ ਆ ਰਹੀ ਹੈ ਜੀ ਨੌਕਰੀਆਂ ਲਈ, ਕਿਉਂਕਿ ਮੋਗੇ ਲਈ ਹੁਣ ਤੁਸੀਂ ਕੀ ਕਰ ਰਹੇ ਹੋ ਇਸ ਸਾਲ? 1 ਸਾਲ ਰਹਿ ਗਿਆ ਤੁਹਾਡੇ ਕੋਲ ਆਖਰ 'ਚ, ਮੋਗੇ ਲਈ ਹੁਣ ਆਪਣਾ ਕੀ ਕਰ ਰਹੇ ਹੋ? ਹਸਪਤਾਲ ਜਿਵੇਂ ਤੁਸੀਂ ਹੁਣ ਆਪੇ ਕਿਹਾ ਹਸਪਤਾਲ ਸਿੱਖਿਆ ਲਈ ਤੇ ਰੁਜ਼ਗਾਰ ਲਈ, ਹੁਣ ਮੋਗੇ ਆਉਣ ਵਾਲੇ ਸਾਲ 'ਚ ਵੀ ਇਸ 'ਚ ਆਪਾਂ ਨੂੰ ਕੀ ਦੇਖਣ ਨੂੰ ਮਿਲ ਸਕਦਾ? ਜਿੱਥੇ ਤੱਕ ਰੋਜ਼ਗਾਰਾਂ ਦੀ ਗੱਲ ਹੈਗੀ ਆ, ਮੈਨੂੰ ਲੱਗਦਾ ਕਿ ਆਉਂਦਿਆਂ ਸਮਿਆਂ ਦੇ ਵਿੱਚ ਸਾਨੂੰ, ਜੇ ਤੁਸੀਂ ਸਿੱਖਣ ਦੀ ਗੱਲ ਕੀਤੀ, ਸਾਨੂੰ ਵਿਦੇਸ਼ਾਂ ਦੀ ਤਰਜ਼ ਤੇ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਵੇਟ ਵੱਲੋਂ ਜਾਣਾ ਪੈਣਾ। ਅੱਜ ਸਾਡੇ ਕਿਤੇ ਵੀ ਟੋਟਲ ਦੁਨੀਆ ਦੇ ਵਿੱਚ ਹੱਥੀਂ ਕੰਮ ਕਰਨ ਵਾਲੇ ਲੋਕ ਜਿਹੜੇ ਉਹ ਮਿਲ ਨਹੀਂ ਰਹੇ, ਚਾਹੇ ਉਹ ਪਲੰਬਰ ਹੋਵੇ, ਚਾਹੇ ਮੈਸਨ ਹੋਵੇ, ਚਾਹੇ ਕਾਰਪੈਂਟਰ ਹੋਵੇ। ਅੱਜ ਉਹ ਲੋਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ, ਪਰ ਉਹ ਲੋਕ ਵੈਲ ਟ੍ਰੇਨਡ ਜਿਹੜੇ ਉਹ ਮਿਲ ਨਹੀਂ ਰਹੇ। ਜਦੋਂ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਟੈਕਨੀਕਲ ਕਾਲਜ ਖੁੱਲ੍ਹੇ ਸੀ, ਉਹਨਾਂ ਦਾ ਮਨਸ਼ਾ ਇਹ ਸੀਗਾ ਕਿ ਜੋ ਅੰਗਰੇਜ਼ਾਂ ਨੇ ਪਿਰਤ ਪਾਈ ਆ, ਅਸੀਂ ਡਿਗਰੀ ਕਾਲਜ ਖੋਲ੍ਹੇ ਆ, BA ਕਰਕੇ MA ਕਰਕੇ, ਤੇ ਅਸੀਂ ਕਲਰਕਾਂ ਦੀ ਭਰਤੀ ਹੋਣ ਲਈ ਸਰਕਾਰਾਂ ਦੇ ਮੂੰਹ ਵੱਲ ਦੇਖੀਏ। ਇਸ ਤੋਂ ਪਾਸੇ ਕਰਨ ਲਈ ਸਰਕਾਰ ਨੇ ਟੈਕਨੀਕਲ ਅਦਾਰੇ ਖੋਲ੍ਹੇ ਸੀ ਤਾਂ ਕਿ ਸਾਡੇ ਬੱਚੇ ITI ਡਿਪਲੋਮੇ ਡਿਗਰੀਆਂ ਕਰਨ ਔਰ ਆਪਣੇ ਅਦਾਰੇ ਖੋਲ੍ਹਣ, ਆਪ ਇੱਕ ਕੰਮ ਖੋਲ੍ਹਣ ਔਰ ਉਹਦੇ ਵਿੱਚ 20-30 ਬੰਦਿਆਂ ਨੂੰ ਨਾਲ ਰੋਜ਼ਗਾਰ ਦੇਣ। ਜਿੱਥੇ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਹੈ, ਪਹਿਲੀ ਗੱਲ ਤਾਂ ਪੰਜਾਬ ਇਸ ਕਰਕੇ ਮਰ ਗਿਆ ਕਿ ਸਾਡੇ ਗੁਆਂਢੀ ਸੂਬੇ ਦੇ ਵਿੱਚ ਹਿਮਾਚਲ ਦੇ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਕਿ ਪਹਿਲੇ ਕਿੰਨੇ ਸਾਲ ਸੈਂਟਰ ਗੌਰਮੈਂਟ ਨੇ ਟੈਕਸ ਮਾਫ ਕੀਤਾ ਪਿਆ, ਕਈ ਚੀਜ਼ਾਂ ਤੇ ਉਹਨਾਂ ਨੂੰ ਰਿਆਇਤਾਂ ਦਿੱਤੀਆਂ ਪਈਆਂ। ਸੋ ਪੰਜਾਬ ਨੂੰ ਸੈਂਟਰ ਗੌਰਮੈਂਟ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ। ਸਾਡੇ ਇੱਥੇ ਇੰਡਸਟਰੀ ਲਾਉਣ ਵਿੱਚ ਹੀ ਬੜੀ ਦਿੱਕਤ ਆਉਂਦੀ। ਦੂਜੀ ਗੱਲ ਇਹ ਆ ਕਿ ਝੋਨੇ ਨੇ ਸਾਡੀ ਜਿਹੜੀ ਰਵਾਇਤੀ ਫਸਲ ਹੋਣ ਕਰਕੇ ਪਾਣੀ ਦਾ ਲੈਵਲ ਇੰਨਾ ਕੁ ਨੀਵਾਂ ਕਰ ਦਿੱਤਾ ਕਿ ਮੇਰੇ ਮੋਗਾ ਜਿਹੜਾ ਜ਼ਿਲ੍ਹਾ ਆ, ਉਹਦੇ 'ਚੋਂ ਬਹੁਤ ਸਾਰਾ ਏਰੀਆ ਜਿਹੜਾ ਉਹਨੂੰ ਸੈਂਟਰ ਗੌਰਮੈਂਟ ਨੇ ਬਲੈਕ ਜ਼ੋਨ ਡਿਕਲੇਅਰ ਕਰਤਾ, ਜਿੱਥੇ ਬੋਰ ਨਹੀਂ ਹੋ ਸਕਦਾ, ਕੋਈ ਇੰਡਸਟਰੀ ਨਹੀਂ ਲੱਗ ਸਕਦੀ। ਫਿਰ ਵੀ ਉਹਦੇ ਬਾਵਜੂਦ ਅਸੀਂ ਆਪਣੇ ਵੱਲੋਂ ਲੱਗੇ ਪਏ ਹਾਂ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਅਦਾਰੇ, ਨਵੀਆਂ ਚੀਜ਼ਾਂ ਖੁੱਲ੍ਹੀਆਂ ਔਰ ਮੈਂ ਮੋਗੇ ਦੇ ਵਿੱਚ ਵੀ, ਜਿੱਥੇ ਮੈਂ ਦੱਸਾਂ ਕਿ 2 ਹੀ ਪੰਜਾਬ ਦੇ ਵਿੱਚ ਆਯੂਸ਼ ਦੇ ਹਸਪੀਟਲ ਖੁੱਲ੍ਹਣੇ ਸੀ, ਜਿਨ੍ਹਾਂ 'ਚੋਂ ਇੱਕ ਡੇਰਾਬੱਸੀ ਖੁੱਲ੍ਹਿਆ ਔਰ ਦੂਜਾ ਜਿਹੜਾ ਉਹ ਮੋਗੇ ਦੇ ਵਿੱਚ ਖੁੱਲ੍ਹਿਆ। 50 ਬੈੱਡ ਦਾ 4 ਮੰਜ਼ਿਲਾਂ ਦਾ ਉਹ ਹਸਪੀਟਲ ਉਹ ਬਣ ਕੇ ਤਿਆਰ ਹੋ ਗਿਆ। ਉਹਦੇ 'ਚ ਜਿਹੜੀ ਆ ਫਾਈਨਲ ਸਟੇਜ ਤੇ ਉਹਦੇ 'ਚ ਚੱਲ ਰਿਹਾ ਕੰਮ, ਸਤੰਬਰ ਤੱਕ ਉਹ ਜਿਹੜਾ ਬਣ ਕੇ ਤਿਆਰ ਹੋ ਜਾਊਗਾ। ਇਸੇ ਤਰ੍ਹਾਂ ਹੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਗਾਇਨੀ ਦੇ ਜਿਹੜੇ ਜੱਚਾ ਬੱਚਾ ਦੇ ਸਭ ਤੋਂ ਵੱਧ ਕੇਸ ਹੁੰਦੇ ਆ, ਤਕਰੀਬਨ 450 ਡਿਲੀਵਰੀ ਮਹੀਨੇ ਦੀ ਹੁੰਦੀ ਆ। ਉੱਥੇ ਬੜੀ ਦਿੱਕਤ ਆ ਰਹੀ ਸੀ, ਉੱਥੇ ਅਸੀਂ 4.5 ਕਰੋੜ ਰੁਪਈਆ ਲਿਆ ਕੇ ਤੇ ਉਹਦੇ ਵਿੱਚ ਇੱਕ ਨਵਾਂ ਜੱਚਾ ਬੱਚਾ ਪੂਰਾ ਵਿੰਗ ਬਣਾਇਆ, ਆਪਰੇਸ਼ਨ ਥੀਏਟਰ ਤੇ ਦੂਜਾ ਸਾਰੀਆਂ ਸੜਕਾਂ ਰੈਨੋਵੇਟ ਕੀਤੀਆਂ, OPDs ਰੈਨੋਵੇਟ ਕੀਤੀਆਂ, ਉਹਦੀ ਜਿਹੜੀ ਐਮਰਜੈਂਸੀ ਤੇ ਬਾਕੀ ਸਾਰਾ ਅਸੀਂ ਉਹਨੂੰ ਨਵਾਂ ਬਣਾ ਰਹੇ ਹਾਂ। ਇਸੇ ਤਰੀਕੇ ਨਾਲ ਜਿਹੜੀ ਸਾਡੀ ਇੰਡਸਟਰੀ ਪਹਿਲਾਂ ਦੀ ਲੱਗੀ ਵੀ ਸੀਗੀ, ਫੋਕਲ ਪੁਆਇੰਟ ਸੀਗਾ, ਉੱਥੇ 20-22 ਸਾਲ ਤੋਂ ਮੈਨੂੰ ਲੱਗਦਾ ਇੰਨਾ ਬੁਰਾ ਹਾਲ ਸੀ ਪਾਣੀ ਦਾ, ਸੀਵਰੇਜ ਦਾ, ਸੜਕਾਂ ਦਾ। ਸੋ ਮੈਂ 9 ਕਰੋੜ 65 ਲੱਖ ਰੁਪਈਆ ਲਿਆ ਕੇ ਉਹਨਾਂ ਅਦਾਰਿਆਂ ਨੂੰ ਮੁੜ ਕੇ ਉਹਦੇ 'ਚ ਨਵੀਂ ਰੂਹ ਫੂਕੀ ਹੈ। RCC ਦੀਆਂ ਤਕਰੀਬਨ 1.5 ਫੁੱਟ ਮੋਟੀਆਂ ਸੜਕਾਂ ਉੱਥੇ ਬਣ ਰਹੀਆਂ, ਲਾਈਟਾਂ ਉੱਥੇ ਲੱਗ ਗਈਆਂ, ਪਾਰਕ ਉੱਥੇ ਬਣ ਰਹੇ ਆ, ਸੀਵਰੇਜ ਦਾ ਕੰਮ ਉੱਥੇ ਜਿਹੜਾ ਥਰੂ ਹੋ ਰਿਹਾ। ਔਰ ਮੇਰੀ ਜਿਹੜੀ ਮੋਗੇ ਦੀ ਮੰਡੀ ਆ, ਪੰਜਾਬ 'ਚ ਸਭ ਤੋਂ ਜੇ ਮੈਂ ਕਹਾਂ ਪੰਜਾਬ 'ਚ ਕੀ ਏਸ਼ੀਆ ਦੇ ਵਿੱਚੋਂ ਵੱਡੀਆਂ ਮੰਡੀਆਂ 'ਚੋਂ ਇੱਕ ਆ। ਸੋ ਇੱਥੇ ਬੜੀ ਦੇਰ ਤੋਂ ਜਿਹੜੇ ਸ਼ੈੱਡ ਗਲੇ ਪਏ ਸੀਗੇ, ਚਾਦਰਾਂ, ਬੁਰਾ ਹਾਲ ਸੀ ਔਰ ਉੱਥੇ 11.5 ਕਰੋੜ ਦੀ ਲਾਗਤ ਨਾਲ ਸਾਰੀਆਂ ਗ੍ਰੇਨ ਮਾਰਕੀਟ ਦੀਆਂ ਵੀ ਨਾਲ ਫੂਡ ਤੇ ਵੈਜੀਟੇਬਲਸ ਜਿਹੜਾ ਹੈਗਾ ਉਹਦੀਆਂ ਵੀ, ਫਰੂਟ ਤੇ ਵੈਜੀਟੇਬਲ ਦੀਆਂ ਵੀ, ਉਹ ਵੀ ਚਾਦਰਾਂ ਅਸੀਂ ਨਵੀਆਂ ਪਾਈਆਂ, ਸਾਰੀ ਰੈਨੋਵੇਸ਼ਨ ਕੀਤੀ ਹੈ। ਔਰ ਉੱਥੇ ਫਲੱਡ ਲਾਈਟਾਂ ਵੱਡੀਆਂ ਲੱਗੀਆਂ ਜਿਹੜੀਆਂ ਅੱਗੇ ਤਾਰਾਂ ਲਮਕਦੀਆਂ ਟਰੈਕਟਰਾਂ ਟਰਾਲੀਆਂ 'ਚ ਫਸਦੀਆਂ ਸੀ। ਸੋ ਬੜੇ ਇੱਦਾਂ ਦੇ ਕੰਮ ਹੈਗੇ ਆ ਜਿਹੜੇ ਅਸੀਂ ਕੀਤੇ ਵੇ ਆ ਔਰ ਲਗਾਤਾਰ ਕਰ ਰਹੇ ਹਾਂ। ਸੋ ਮੈਂ ਸਮਝਦਾ ਕਿ ਮੋਗੇ ਨੂੰ ਜਿਹੜਾ ਬੜੇ ਚਿਰ ਤੋਂ ਮੋਗਾ ਚਾਹ ਜੋਗਾ ਕਹਿੰਦਾ ਸੀਗਾ, ਮੈਂ ਉਪਰਾਲਾ ਕਰ ਰਿਹਾ। ਤੁਸੀਂ ਅੰਦਰ ਐਂਟਰ ਕਰੋਗੇ ਇੱਧਰੋਂ ਵੀ ਜਾਂ ਦੂਜੇ ਸਾਰੇ ਪਾਸਿਆਂ ਤੋਂ ਤੁਹਾਨੂੰ ਇੱਕ ਬੜਾ ਵਧੀਆ ਐਂਟਰੀ ਪੁਆਇੰਟ ਦਿਸਣਗੇ। ਸੋ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਂਦੀਆਂ। ਹੁਣ ਅਸੀਂ ਸ਼ਹਿਰ ਦੇ ਚੌਂਕਾਂ 'ਚ ਵਧੀਆ ਬੁੱਤ ਲਾ ਰਹੇ ਹਾਂ ਤਾਂ ਕਿ ਅਸੀਂ
ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਵਧਾਈਏ। ਸੋ ਮੇਰਾ ਖਿਆਲ ਅੱਜ ਜਿੰਨੀਆਂ ਮੋਗੇ ਦੀਆਂ ਮੇਨ ਸੜਕਾਂ, ਚਾਹੇ ਉਹ ਜ਼ੀਰਾ ਰੋਡ ਲੈ ਲਓ, ਅੰਮ੍ਰਿਤਸਰ ਰੋਡ ਲੈ ਲਓ, ਮੇਨ ਬਾਜ਼ਾਰ ਵਾਲੀਆਂ ਸੜਕਾਂ ਲੈ ਲਓ, ਅਕਾਲਸਰ ਰੋਡ ਲੈ ਲਓ, ਕੋਈ ਵੀ ਬਾਜ਼ਾਰ ਵਾਲੀਆਂ ਜਿਹੜੀਆਂ ਸੜਕਾਂ, ਰੇਲਵੇ ਰੋਡ 12 15 20 ਸਾਲ ਪੁਰਾਣੀਆਂ ਜਿਹੜੀਆਂ ਸੜਕਾਂ ਹੈਗੀਆਂ ਉਹ ਸਾਰੀਆਂ ਨਵੀਆਂ ਬਣੀਆਂ ਹੈਗੀਆਂ, ਇੰਟਰਲੋਕ ਦੀਆਂ ਗਲੀਆਂ ਲੱਗੀਆਂ। ਔਰ ਚਾਹੇ ਪਿੰਡਾਂ 'ਚ ਲੈ ਲਓ, 95% ਕੰਮ ਪਿੰਡਾਂ 'ਚ ਕੰਪਲੀਟ ਹੈ। ਸੋ ਮੈਂ ਸਮਝਦਾ ਕਿ ਜਿਹੜਾ ਇੱਕ ਪੰਜਾਬ ਸਰਕਾਰ ਦਾ ਸੁਪਨਾ ਸੀ, ਜਿਹੜਾ ਮੇਰਾ ਇੱਕ ਸੁਪਨਾ ਸੀ, ਜੋ ਮੈਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਮੋਗਾ ਚਾਹ ਜੋਗਾ ਕਹਿੰਦੇ ਆ ਇਹਨੂੰ, ਸੋਹਣਾ ਮੋਗਾ ਬਣਾਉਣਾ। ਸੋ ਮੈਂ ਨਿਰੰਤਰ ਪ੍ਰਯਾਸ ਜਾਰੀ ਹੈ। ਔਰ ਜਿਹੜੇ ਇਸ ਟਨਿਓਰ ਦੇ ਵਿੱਚ ਮੇਰੇ 8-10 ਮਹੀਨੇ ਰਹਿੰਦੇ, ਉਹਦੇ ਵਿੱਚ ਹੋਰ ਜ਼ੋਰ ਲਾ ਕੇ ਇੱਥੇ ਇੱਕ ਮਲਟੀ ਸਟੋਰੀ ਪਾਰਕਿੰਗ ਬਣਾ ਰਹੇ ਹਾਂ, ਕਮਿਊਨਿਟੀ ਸੈਂਟਰ ਬਣਾ ਰਹੇ ਹਾਂ। ਔਰ ਜਿਹੜੇ ਗਰੀਬਾਂ ਦੇ ਫ੍ਰੀ ਵਾਂਗੂ ਹੀ ਵਿਆਹ ਕਰਨ ਵਾਸਤੇ, ਭੋਗ ਵਾਸਤੇ, ਕੋਈ ਖੁਸ਼ੀ ਗਮੀ ਦੇ, ਉਹਦੇ ਲਈ ਇੱਕ ਮੈਰਿਜ ਪੈਲਸ ਹੋਊਗਾ। ਇਸੇ ਤਰੀਕੇ ਨਾਲ ਕਾਰਪੋਰੇਸ਼ਨ ਦੇ ਵਿੱਚ ਬੜੀ ਪੁਰਾਣੀ ਬਿਲਡਿੰਗ ਹੈ ਔਰ ਉੱਥੇ ਮੁਲਾਜ਼ਮਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ। ਕਾਰਪੋਰੇਸ਼ਨ ਕਦੀ 13 MC ਸੀ, ਕਦੀ 33 ਹੋਏ, ਅੱਜ 50 ਹੋ ਗਏ। ਸਾਰੇ MCs ਦੇ ਬੈਠਣ ਨੂੰ ਕੋਈ ਜਗ੍ਹਾ ਨਹੀਂ। ਅਸੀਂ 5 ਕਰੋੜ ਦੀ ਲਾਗਤ ਨਾਲ ਉਹ ਬਿਲਡਿੰਗ ਨਵੀਂ, ਉਸ ਦੀ ਮੀਟਿੰਗ ਤੇ ਵੀ ਸਵਾਲ ਉਠਾਏ ਜਾ ਰਹੇ, ਕੋਈ ਮੀਟਿੰਗ ਨਹੀਂ ਹੋਈ, ਪ੍ਰਧਾਨ ਬਣ 'ਚ ਪਹਿਲਾਂ ਦੇਰੀ ਹੋ ਗਈ ਜੀ, ਹੁਣ ਕਹਿੰਦੇ ਮੀਟਿੰਗ ਨਹੀਂ ਹੋ ਰਹੀ, ਸ਼ਹਿਰ ਦਾ ਵਿਕਾਸ ਉਸ ਕਰਕੇ ਰੁਕਿਆ ਹੋਇਆ। ਤੁਸੀਂ ਕੋਈ ਮੈਨੂੰ ਗਲੀ, ਕੋਈ ਵਾਰਡ ਦੱਸੋ ਕਿਸ ਕੰਮ ਦਾ ਵਿਕਾਸ ਰੁਕਿਆ ਪਿਆ? ਕਾਹਦੀ ਮੀਟਿੰਗ ਕਰਨੀ? ਅਸੀਂ ਜਿੰਨਾ ਕੰਮ ਮੇਰੇ ਕੋਲੇ ਸੀਗਾ ਉਹ ਕੰਮ ਉਹਨੇ ਮਤੇ ਪਏ ਵੇ ਆ। ਅੱਜ ਵੀ 3 ਸੜਕਾਂ ਜਿਹੜੀਆਂ 50 ਨੰਬਰ ਤੇ 1 ਨੰਬਰ ਵਾਰਡ 'ਚ ਚੱਲੀ ਜਾਂਦਾ ਕੰਮ, ਸਾਰੇ ਸ਼ਹਿਰ ਦੇ ਵਿੱਚ ਲਗਾਤਾਰ ਕੰਮ ਜਾਰੀ ਹੈ। ਔਰ ਇਹ ਜਿਹੜੀ ਦੇਰੀ ਹੋਈ ਹੈ, ਚੋਣ ਜਿਹੜੀ ਸੀ ਇਹਦੀ ਪਿਛਲੀ 8 ਮਾਰਚ ਨੂੰ ਡਿਊ ਸੀ, ਕਰੋਨਾ ਕਰਕੇ ਚੋਣ ਲੇਟ ਹੋ ਗਈ ਹੈ। ਪਰ ਉਹ ਜਿਹੜੇ 10 ਮਹੀਨੇ ਆ, ਉਹ 10 ਮਹੀਨੇ ਨਿਰੋਲ ਮੈਨੂੰ ਮਿਲੇ ਕੰਮ ਕਰਨ ਦੇ, ਜਿਹੜੇ ਕੰਮ ਇਹਨਾਂ ਤੋਂ ਪਿਛਲੇ 12-15 ਸਾਲਾਂ 'ਚ ਨਹੀਂ ਹੋਏ। ਤੁਸੀਂ ਆਪ ਇਸ ਗੱਲ ਦੇ ਗਵਾਹ ਹੋਵੋਗੇ ਕਿ ਉਹਨਾਂ 10 ਮਹੀਨਿਆਂ 'ਚ ਸ਼ਹਿਰ ਦੀ ਉਹ ਡਿਵੈਲਪਮੈਂਟ ਹੋਈ। 10 ਮਹੀਨੇ ਹੋਰ ਹੈ। ਅਸੀਂ ਸਾਰੇ MCਆਂ ਤੋਂ ਉਹਨਾਂ ਦੇ ਜਿਹੜੇ ਵਾਰਡ ਹੈਗੇ ਆ ਉਹਨਾਂ ਦੇ ਕੰਮ ਪਵਾ ਕੇ ਉਹਨਾਂ ਦੇ ਐਸਟੀਮੇਟ ਲਵਾ ਰਹੇ ਹਾਂ। ਮੀਟਿੰਗ ਕਰਨ ਦਾ ਇਦਾਂ ਦਾ ਕੋਈ ਮੇਰਾ ਤੁੱਕ ਨਹੀਂ ਕਿ ਮੀਟਿੰਗ ਕਰ ਲਈ ਜਾਵੇ ਤੇ ਉੱਥੋਂ ਖਾਲੀ ਹੱਥੀਂ ਹੱਥ ਝਾੜ ਕੇ ਸਮੋਸੇ ਖਾ ਕੇ ਮੁੜਿਆ ਜਾਵੇ। ਸੋ ਇਹ ਮੀਟਿੰਗ ਰੱਖੀ ਜਾਊਗੀ ਇਸ ਹਫ਼ਤੇ ਦੇ ਵਿੱਚ। ਉਹਦੇ ਤੋਂ ਪਹਿਲਾਂ ਸਾਰੇ ਵਾਰਡਾਂ ਤੋਂ ਅਸੀਂ ਐਸਟੀਮੇਟ ਲਵਾ ਕੇ ਕੰਮ ਪਵਾ ਕੇ ਜਿੱਥੇ ਜਿੱਥੇ ਵੀ ਜਿਹੜਾ ਕੋਈ ਹੋਣ ਵਾਲਾ, ਚਾਹੇ ਟਿਊਬਵੈੱਲ ਲੱਗਣ ਵਾਲੇ ਆ, ਚਾਹੇ ਪਾਰਕ ਡਿਵੈਲਪ ਕਰਨ ਵਾਲੇ ਆ, ਚਾਹੇ ਲਾਈਟਾਂ ਦੇ ਕੰਮ ਰਹਿੰਦੇ ਆ, ਚਾਹੇ ਕੋਈ ਗਲੀ ਨਾਲੀ ਬਣਨ ਵਾਲੀ ਆ, ਉਹ ਸਾਰਾ ਕੁਝ ਮਤੇ ਪਵਾ ਕੇ ਇੱਕੋ ਹੀ ਮੀਟਿੰਗ ਕਰਕੇ ਉਹਦੇ ਵਿੱਚ ਉਹ ਸਾਰੇ ਮਤੇ ਪਾਸ ਕਰਾ ਕੇ ਕੰਮ ਜਿਹੜੇ ਉਹ ਚਲਾਵਾਂਗੇ। ਅੱਜ 26 ਤਰੀਕ ਸੀਗੀ, 26 ਜਨਵਰੀ ਤੋਂ ਬਾਅਦ ਲਗਾਤਾਰ ਕਿਸਾਨ 26 ਨੂੰ ਪ੍ਰੋਗਰਾਮ ਦੇ ਰਹੇ ਆ। ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੋਗਰਾਮ ਦਿੱਤਾ ਜਿਸ ਤੇ ਕਿਸਾਨਾਂ ਨੇ ਰਾਜਪਾਲ ਦਾ ਘਿਰਾਓ ਕਰਨਾ ਸੀ ਸ਼ਾਇਦ, ਉਸ ਤੇ ਆਪਣਾ ਪਾਣੀ ਦੀਆਂ ਵਿਚਾਰਾਂ ਹੋਈਆਂ ਕਿਸਾਨਾਂ ਤੇ। ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਸਾਨਾਂ ਦਾ ਹੱਲ ਕਦੋਂ ਤੱਕ ਹੋਊਗਾ? ਤੇ ਸਿਆਸੀ ਤੌਰ ਤੇ ਤੁਸੀਂ ਮਤਲਬ ਪਾਰਟੀ ਬਾਈ ਤੋਂ ਉੱਠ ਕੇ ਕਿਸਾਨਾਂ ਨਾਲ ਕਦੋਂ ਖੜੋਗੇ ਜਾਂ ਕੀ ਕਰੋਗੇ? ਕਿਸਾਨਾਂ ਦਾ ਮਤਲਬ ਕੋਈ ਸੋਲੂਸ਼ਨ ਨਹੀਂ ਹੁੰਦਾ ਨਜ਼ਰ ਆ ਰਿਹਾ ਤੇ 7 ਮਹੀਨੇ ਤੋਂ ਕਿਸਾਨ ਆਪਣੇ ਦਿੱਲੀ ਬੈਠੇ ਆ। ਨਿੱਜੀ ਤੌਰ ਤੇ ਵੀ ਤੇ ਕਾਂਗਰਸ ਪਾਰਟੀ ਦੇ ਤੌਰ ਤੇ ਵੀ, ਜੇ ਕਿਸਾਨਾਂ ਨੂੰ ਸਪੋਰਟ ਨਾ ਹੁੰਦੀ ਤਾਂ ਅੱਜ ਕਿਸਾਨ ਜਿਹੜੇ ਟੋਲ ਪਲਾਜ਼ਿਆਂ ਤੇ ਬੈਠੇ ਆ, ਅੱਜ ਕਿਸਾਨ ਜਿਹੜੇ ਦਿੱਲੀ ਦੇ ਬਾਰਡਰਾਂ ਤੱਕ ਗਏ ਆ, ਉਹ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਸਾਡੀ ਪਾਰਟੀ ਨਾਲ ਸੰਬੰਧਿਤ ਜਿਹੜੇ ਆ ਉਹ ਵੀ ਲੋਕ ਉਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਆ। ਸੋ ਜਿੱਦਣ ਪਹਿਲੀ ਵਾਰੀ ਬੰਦ ਦੀ ਕਾਲ ਆਈ ਸੀ, ਉਹਦੇ ਤੋਂ ਪਹਿਲਾਂ ਅਸੀਂ ਮੰਡੀ ਦੇ ਵਿੱਚ ਬਹੁਤ ਵੱਡਾ ਜ਼ਿਲ੍ਹੇ ਪੱਧਰ ਦਾ ਇਕੱਠ ਮੈਂ ਕੀਤਾ ਸੀਗਾ ਔਰ ਕਿਸਾਨਾਂ ਦਾ ਸਮਰਥਨ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਪਹਿਲੀ ਬੰਦ ਦੀ ਕਾਲ ਆਈ ਹੈ ਡਗਰੂ ਫਾਟਕ ਤੇ, ਮੈਂ ਆਪ ਆਪਣੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ, ਪੰਚਾਂ ਨੂੰ, ਮੋਹਤਬਰ ਬੰਦਿਆਂ ਨੂੰ ਟਰੈਕਟਰ ਟਰਾਲੀਆਂ ਤੇ ਆਪ ਟਰੈਕਟਰ ਚਲਾ ਕੇ ਮੈਂ ਜਾ ਕੇ ਸਮਰਥਨ ਕੀਤਾ। ਔਰ ਅੱਜ ਵੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਾਡੀ ਪਾਰਟੀ ਨਾਲ, ਮੇਰੀ ਟੀਮ ਦੇ ਨਾਲ ਸੰਬੰਧਿਤ ਹੈਗੇ ਆ, ਕਾਂਗਰਸ ਪਾਰਟੀ ਦੇ ਆ। ਸੋ ਅਸੀਂ ਹਰ ਤਰੀਕੇ ਨਾਲ ਹਰ ਵੇਲੇ ਆਪਣੇ ਕਿਸਾਨਾਂ ਦੇ ਨਾਲ ਆ, ਕਿਉਂਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ, ਔਰ ਜੇ ਪੰਜਾਬ ਨੂੰ ਬਚਾਉਣਾ ਤਾਂ ਇੱਥੇ ਖੇਤੀ ਨੂੰ ਬਚਾਉਣਾ ਪੈਣਾ, ਔਰ ਜੇ ਖੇਤੀ ਨੂੰ ਬਚਾਉਣਾ ਤਾਂ ਇੱਥੇ ਕਿਸਾਨਾਂ ਨੂੰ ਬਚਾਉਣਾ ਪੈਣਾ। ਸੋ ਜਗਦੇਵ ਮਾਨ ਜੀ ਦੇ ਉਪਰਾਲੇ ਨਾਲ ਅੱਜ ਜਿੱਥੇ ਤੁਸੀਂ ਬੈਠੇ ਹੋ, ਧਰਤੀ ਦਾ ਪੁੱਤ ਜਿਹੜਾ ਇਹ ਉਹ ਕਰ ਰਹੇ ਨੇ, ਸ਼ੂਟ ਕਰ ਰਹੇ ਆ ਇੱਕ ਰਿਐਲਿਟੀ ਸ਼ੋਅ। ਇਹਦੇ ਵਿੱਚ ਵੀ ਜਿਹੜੇ ਸਾਡੇ ਨੌਜਵਾਨ ਕਿਸਾਨ ਹੈਗੇ ਆ ਉਹਨਾਂ ਨੂੰ ਖੇਤੀਬਾੜੀ ਦੇ ਨਾਲ ਜੋੜਨ ਲਈ ਔਰ ਉਹਨਾਂ ਦੇ ਅੰਦਰ ਇੱਕ ਜਨੂੰਨ ਭਰਨ ਵਾਸਤੇ ਅਸੀਂ ਸਦਾ ਉਪਰਾਲੇ ਕੀਤੇ ਆ, ਕਰਦੇ ਆ ਔਰ ਕਰਦੇ ਰਵਾਂਗੇ। ਮੈਂ ਆਪਣੇ ਤੌਰ ਤੇ ਵੀ, ਆਪਣੇ ਸਾਥੀਆਂ ਦੇ ਤੌਰ ਤੇ ਵੀ ਹਮੇਸ਼ਾ ਕਿਸਾਨਾਂ ਦੇ ਨਾਲ ਸੀ, ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨਾਂ ਦੇ ਨਾਲ ਰਹਾਂਗੇ। ਔਰ ਅਸੀਂ ਸੈਂਟਰ ਦੀ ਸਰਕਾਰ ਨੂੰ ਇਹ
ਸਮਰਥਨ ਕਰਦੇ ਕਿਸਾਨਾਂ ਦਾ ਔਰ ਉਹਨਾਂ ਨੂੰ ਕਹਿੰਦੇ ਆ ਕਿ ਜਿਹੜਾ ਕਿਸਾਨੀ ਦਾ ਮਸਲਾ ਜਿਸ ਜਿੱਦ ਦੇ ਵਿੱਚ ਕਿਸਾਨ ਬੈਠੇ ਨੇ ਕਿ ਉਹ 3 ਬਿੱਲ ਰੱਦ ਕੀਤੇ ਜਾਣ। ਮੈਂ ਸਮਝਦਾ ਕਿ ਇੰਨੀ ਦੇਰ ਤਾਂ ਬੱਚਾ ਕੋਈ ਰੋ ਪਵੇ ਤਾਂ ਮਾਂ ਉਹਨੂੰ ਬਿਨਾਂ ਉਹਨੂੰ ਜਿਹੜੀ ਚੀਜ਼ ਨਹੀਂ ਵੀ ਦੇਣੀ ਹੁੰਦੀ ਉਹ ਵੀ ਦੇ ਕੇ ਵਰਾ ਲੈਂਦੀ ਆ। ਸੋ ਸਰਕਾਰ ਨੂੰ ਚਾਹੀਦਾ ਕਿ ਆਪਣੇ ਕਿਸਾਨਾਂ ਦੀ ਬਾਂਹ ਫੜਨ। ਇਸ ਪੰਜਾਬ ਦੇ ਔਰ ਹਿੰਦੁਸਤਾਨ ਦੇ ਜਿਹੜੇ ਕਿਸਾਨਾਂ ਨੇ ਦੇਸ਼ ਨੂੰ ਅੰਨ ਦੇ ਮਾਮਲੇ ਦੇ ਵਿੱਚ ਮੋਹਰੀ ਬਣਾ ਕੇ ਰੱਖਿਆ। ਜਿੱਥੇ ਅਸੀਂ ਕਦੇ ਅਮਰੀਕਾ ਵਰਗੇ ਦੇਸ਼ਾਂ ਤੋਂ ਕਣਕ ਮੰਗਦੇ ਸੀ, ਅੱਜ ਅਸੀਂ ਉਸ ਪੜਾਅ 'ਤੇ ਪਹੁੰਚ ਗਏ ਹਾਂ ਕਿ ਸਾਡੀਆਂ ਫਸਲਾਂ ਬਾਹਰਲੇ ਦੇਸ਼ਾਂ ਨੂੰ ਅਸੀਂ ਭੇਜਦੇ ਹਾਂ। ਸੋ ਸਰਕਾਰ ਨੇ ਬੇਸ਼ੱਕ ਸੈਂਟਰ ਦੀ ਸਰਕਾਰ ਨੇ ਬਹੁਤ ਸਾਰੇ ਅਦਾਰੇ ਵੇਚ ਦਿੱਤੇ ਆ ਔਰ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ 'ਤੇ ਤੁਲੀ ਹੋਈ ਹੈ, ਚਾਹੇ ਉਹ ਰੇਲਵੇ ਮੰਤਰਾਲਾ ਹੋਵੇ, ਚਾਹੇ ਉਹ ਜਹਾਜ਼ ਹੋਣ, ਚਾਹੇ ਰੇਲਵੇ ਸਟੇਸ਼ਨ ਹੋਣ, ਚਾਹੇ ਜਹਾਜ਼ਾਂ ਦੇ ਅੱਡੇ ਹੋਣ, ਚਾਹੇ ਆਇਲ ਕਾਰਪੋਰੇਸ਼ਨ ਆਫ ਇੰਡੀਆ ਹੋਵੇ। ਮੈਂ ਸਮਝਦਾ ਕਿ ਅੱਜ ਸਰਕਾਰ ਉਸੇ ਰਾਹ 'ਤੇ ਹੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ 'ਤੇ ਤੁਲੀ ਹੋਈ ਹੈ। ਇਸ ਕਰਕੇ ਹੀ ਉਹ ਕਿਸਾਨਾਂ ਦੀ ਮੰਗ ਨੂੰ ਅਣਗੌਲਿਆਂ ਕਰਕੇ ਅੱਖਾਂ ਬੰਦ ਕਰਕੇ ਬੈਠੀ ਆ। ਮੈਂ ਆਪਣੇ ਕਿਸਾਨਾਂ ਦੇ ਨਾਲ ਆ ਔਰ ਸੈਂਟਰ ਦੀ ਸਰਕਾਰ ਨੂੰ, ਇਸ ਬੋਲੀ ਤੇ ਅੰਨੀ ਸਰਕਾਰ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਵੀ ਬੇਨਤੀ ਕਰੂੰਗਾ ਕਿ ਜਾਗ ਜਾਓ ਔਰ ਆਪਣੇ ਕਿਸਾਨਾਂ ਦੀ ਬਾਂਹ ਫੜੋ। ਔਰ ਕਿਸਾਨਾਂ ਦੀ ਕੋਈ ਲੰਬੀ ਚੌੜੀ ਮੰਗ ਨਹੀਂ, ਪਹਿਲਾਂ ਜੋ ਤੁਸੀਂ ਦਿੰਦੇ ਰਹੇ ਆ ਅਸੀਂ ਉਹੀ ਬਹਾਲ ਕਰਨ ਦੀ ਗੱਲ ਕਰਦੇ ਆ। ਇਹ ਜਿਹੜੇ ਤੁਸੀਂ ਰੋਜ਼ ਨਵੇਂ ਕਾਨੂੰਨ ਘੜ ਕੇ ਹਿੰਦੁਸਤਾਨ ਦੇ ਵਿੱਚ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਧੜੇਬੰਦੀ ਵਾਲੀ ਰਾਜਨੀਤੀ ਚਲਾ ਰਹੇ ਹੋ, ਇੱਕ ਧਰਮਬੰਦੀ ਵਾਲੀ ਰਾਜਨੀਤੀ ਚਲਾ ਰਹੇ ਹੋ। ਇਹਦੇ ਤੋਂ ਦੇਸ਼ ਨੂੰ ਅੱਜ ਫੇਰ ਵੰਡਣ ਤੋਂ ਬਚਾ ਲਓ, ਕਿਉਂਕਿ ਪਹਿਲਾਂ ਹੀ 47 ਦੇ ਵਿੱਚ ਅਸੀਂ ਬਹੁਤ ਵੱਡਾ ਸੰਤਾਪ ਭੁਗਤ ਚੁੱਕੇ ਹਾਂ। ਲੱਖਾਂ ਲੋਕ ਬੇਘਰ, ਬੇਇੱਜ਼ਤ, ਬੇਆਬਰੂ ਹੋਏ ਸੀਗੇ ਔਰ ਅੱਜ ਮੁੜ ਪੰਜਾਬ ਨੂੰ, ਹਿੰਦੁਸਤਾਨ ਨੂੰ ਉਸ ਬਰੂਹਾਂ 'ਤੇ ਨਾ ਖੜਾਓ। ਸੋ ਸਾਡੇ ਕਿਸਾਨਾਂ ਦੀ ਬਾਂਹ ਫੜੋ ਔਰ ਪੰਜਾਬ ਦਾ ਕਿਸਾਨ ਤਾਂ ਸਭ ਤੋਂ ਮੋਹਰੀ ਹੋ ਕੇ ਹਮੇਸ਼ਾ ਦੇਸ਼ ਦਾ ਵੀ ਢਿੱਡ ਭਰਦਾ ਰਿਹਾ ਔਰ ਵਿਦੇਸ਼ਾਂ ਤੱਕ ਵੀ ਪਹੁੰਚਾਉਂਦਾ। ਇੱਕ ਮੋਗੇ ਦੇ ਕਿਸਾਨਾਂ ਨੇ ਮੈਨੂੰ ਕੀਤਾ ਸੀਗਾ, ਉਹਨਾਂ ਦਾ ਕੁਐਸਚਨ ਆ, ਮੋਗੇ ਵਿੱਚ ਦੀ ਇੱਕ ਸੜਕ ਲੰਘ ਰਹੀ ਹੈ ਜਾਮਾ ਨਗਰ ਜੋ ਰਾਜਸਥਾਨ 'ਚ ਆ, ਉਧਰੋਂ ਕੋਈ ਸੜਕ ਆ ਰਹੀ ਆ ਸੁਲਤਾਨਪੁਰ ਲੋਧੀ, ਉਹਦੀ 9 ਫੁੱਟ ਉੱਚੀ ਆ, ਉਸ 'ਤੇ ਆਉਣ ਜਾਣ ਦੀ ਬਹੁਤ ਦਿੱਕਤ ਹੋਊਗੀ। ਇੱਕ ਉਹਦਾ ਕੋਸਟ ਜਿਹੜੀ 9 ਫੁੱਟ ਉੱਚੀ ਸੜਕ ਜੇ ਮੰਨ ਲਓ ਇੱਥੋਂ ਦੀ ਨਿਕਲ ਗਈ ਤਾਂ ਉਹਦੇ ਵਿੱਚ ਇੱਕ ਦੂਜੇ ਨਾਲ ਸੰਪਰਕ ਟੁੱਟ ਜਾਊਗਾ, ਪਲੱਸ ਉਹ ਰੇਟ ਬਹੁਤ ਘੱਟ ਦੇ ਰਹੇ ਆ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਰੇਟ ਕਿਸੇ ਦਾ ਵੀ ਕਦੇ ਘੱਟ ਨਹੀਂ ਮਿਲਦਾ। ਪੰਜਾਬ ਦੀ ਜਾਂ ਹਿੰਦੁਸਤਾਨ ਦੀ ਜਦੋਂ ਕੋਈ ਵੀ ਜ਼ਮੀਨ ਅਕਵਾਇਰ ਹੁੰਦੀ ਆ, ਸਾਡੀ ਜਦੋਂ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਦੋਂ ਸਰਦਾਰ ਮਨਮੋਹਨ ਸਿੰਘ ਦੀ UPA ਸਰਕਾਰ ਸੀ, ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਜੋ DC ਰੇਟ ਹੋਊਗਾ ਜ਼ਿਮੀਂਦਾਰ ਨੂੰ ਉਹਦੇ ਤੋਂ 4 ਗੁਣਾ ਭਾਅ ਜਿਹੜਾ ਦੇ ਕੇ ਸਰਕਾਰ ਫੇਰ ਅਕਵਾਇਰ ਕਰ ਸਕਦੀ ਹੈ। ਸੋ ਅੱਜ ਵੀ ਮੈਂ ਆਪਣੇ ਕਿਸਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਤੁਹਾਡੀ ਜ਼ਮੀਨ ਨੂੰ ਸਰਕਾਰ ਅਕਵਾਇਰ ਕਰੇ ਤਾਂ ਉਹਦਾ ਜਦੋਂ ਤੁਹਾਨੂੰ ਮੁਆਵਜ਼ਾ ਮਿਲੇ ਤਾਂ ਉਹਨੂੰ ਲੈਣ ਵਾਸਤੇ ਇਹ ਨਾ ਲਿਖਿਆ ਕਰੋ ਕਿ ਧੰਨਵਾਦ ਸਹਿਤ ਪ੍ਰਾਪਤ, ਤੁਸੀਂ ਲਿਖਿਆ ਕਰੋ ਕਿ ਰਿਸੀਵਡ ਅੰਡਰ ਪ੍ਰੋਟੈਸਟ। ਤਾਂ ਉਹ ਤੁਸੀਂ ਚੈੱਕ ਆਪਦਾ ਲੈ ਲਓ, ਉਹਦੇ ਤੋਂ ਬਾਅਦ ਕਮਿਸ਼ਨਰ ਦੇ ਉਹਨੂੰ ਲਾਓ। ਜੋ ਰੇਟ ਭਾਰਤ ਦੀ ਉਸ ਵੇਲੇ ਸਰਕਾਰ ਨੇ ਤੈਅ ਕੀਤਾ ਸੀ, ਜੇ ਅੱਜ ਤੁਹਾਨੂੰ ਕੋਈ ਘੱਟ ਰੇਟ ਵੀ ਪਾਉਂਦਾ ਤਾਂ ਤੁਹਾਨੂੰ ਉਹੀ ਰੇਟ ਰਿਵਾਈਜ਼ ਹੋ ਕੇ ਮਿਲੂਗਾ। ਔਰ ਇਹ ਕਮਿਸ਼ਨਰਸ ਔਰ ਉਹਦੇ ਤੋਂ ਬਾਅਦ ਜਿਹੜੇ ਸਿਵਲ ਕੋਰਟ ਆ ਉਹ ਸਾਰੇ ਬੈਠੇ ਨੇ ਇਨਸਾਫ ਦੇਣ ਲਈ। ਸੋ ਇਦਾਂ ਦੀ ਮੈਂ ਸਮਝਦਾ ਕਿ ਕੋਈ ਇਦਾਂ ਦੀ ਗੱਲ ਨਹੀਂ ਹੋ ਸਕਦੀ ਕਿ ਕੋਈ ਰੇਟ ਘੱਟ ਹੋਵੇ। ਜਿੱਥੇ 9 ਫੁੱਟ ਉੱਚੀ ਦੀ ਗੱਲ ਕਰਦੇ ਹੋ ਤੁਸੀਂ, ਇਹ ਜਿਹੜਾ ਲੈਵਲ ਦੇਖਣਾ ਹੁੰਦਾ, ਇਹ ਸੈਂਟਰ ਦਾ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਨੇ ਦੇਖਣਾ ਕਿ ਉਹ ਕਿਸ ਲੈਵਲ 'ਤੇ ਚੱਲਣੀ ਹੈਗੀ ਹੈ ਸੜਕ, ਕਿਸ ਲੈਵਲ ਦੀ ਬਣਨੀ ਹੈ। ਸੋ ਮੈਂ ਸਮਝਦਾ ਕਿ ਇਹ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਕਿਸੇ ਨੂੰ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ, ਉੱਥੇ ਐਡੀਆਂ ਉੱਚੀਆਂ ਤੇ ਇੰਨੀਆਂ ਵਧੀਆ ਸੜਕਾਂ ਬਣੀਆਂ ਦੇਖ ਕੇ ਅਸੀਂ ਕਦੇ ਆਸ਼ਿਸ਼ ਕਰਦੇ ਸੀ। ਅੱਜ ਮੈਂ ਹਿੰਦੁਸਤਾਨ ਪੱਧਰ 'ਤੇ ਔਰ ਪੰਜਾਬ ਦੇ ਵਿੱਚ ਜੋ ਸੜਕਾਂ ਬਣੀਆਂ ਪਿਛਲੇ ਦਿਨੀ, ਉਹਦੇ ਵਾਸਤੇ ਮੈਂ ਸਰਕਾਰਾਂ ਨੂੰ ਵਧਾਈ ਦਿੰਦਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਤੁਸੀਂ ਅੜਿੱਕਾ ਬਣਨ ਦੀ ਬਜਾਏ ਹਿੰਦੁਸਤਾਨ ਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਓ। ਉਮੀਦ ਕਰਦੇ ਹਾਂ ਤੁਸੀਂ ਜੋ ਵੀ ਕੀਤੇ ਸਵਾਲ ਅਸੀਂ ਕੀਤੇ ਉਹ ਡਾਕਟਰ ਸਾਹਿਬ ਦੇ ਜਵਾਬਾਂ ਤੋਂ ਸੰਤੁਸ਼ਟ ਹੋਵੋਗੇ ਤੇ